कौन करना, किसने शुरू करना? सॉरी आई डिडंट आस्क, हरप्रीत एंड पवनजीत ना? So No, whosoever. it wasn't my turn, but I can do the closing if it needs to be. It wasn't yours? No. I read something. Yeah, I think That was last week. Did I miss it? No, no. 7/20th. That's today. Oh no. Okay, I'll do the. Definitely wrong side. Yeah. Definitely wrong Anyway, side. you was closing anyway. Yeah. Yeah, I'll close. Chalo. So that's Chalo fine. ji, Preeti Sorry ji. about that. करो शुरू। वाहिगुरु। एक ओंकार सतनाम करता पुरुष निर्भव निर्वैर अकाल मूर्त अजूनी सैभं गुर प्रसाद। एक ओंकार सतनाम करता पुरुष निर्भव निर्वैर अकाल मूर्त अजूनी सैभं गुर प्रसाद। एक ओंकार सतनाम करता पुरुष निर्भव निर्वैर अकाल मूर्त अजूनी सैभं गुर प्रसाद। एक ओंकार सतनाम करता पुरुष निर्भव निर्वैर अकाल मूर्त अजूनी सैभं गुर प्रसाद। एक ओंकार सतनाम करता पुरुष निर्भव निर्वैर अकाल मूर्त अजूनी सैभं गुर प्रसाद। वाहिगुरु। आसा शेख फरीद जियो की वाणी। एक ओंकार सतगुर प्रसाद। दिलो मोहब्बत जिन से सच्चा जिन मन होर मुख होर से कांडे कच्चिया। रते इश्क खुदाए रंग दीदार के विसरिया जिन नाम थे भोए भारतीय रहाओ। आप लिए लड़ लाए दर दर वेश से तिन तन जनेंदी माओ आए सफल से। वाह। परवदगारे अपारे अगम बेअंत तू जिना पछाता सच चुम्मा पैर मुंह। तेरी पनह खुदाए तू बख्शंदगी शेख फरीदे खैर दीजे बंदगी। तेरी पनह खुदाए तू बख्शंदगी शेख फरीदे खैर दीजे बंदगी। दीजे बंदगी दीजे बंदगी दीजे बंदगी। वाहिगुरु 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 वाहिगुरु। वाहिगुरु जी का खालसा वाहिगुरु जी की फतेह। As decided yesterday and in the previous class, ਅਸੀਂ ਜਪਜੀ ਦਾ ਰਿਵੀਜ਼ਨ ਕਰਨ ਲੱਗੇ ਹਾਂ। ਤੇ ਕੱਲ ਜਿਸ ਤਰ੍ਹਾਂ ਆਪਾਂ ਡਿਸਾਈਡ ਕੀਤਾ ਸੀ ਕਿ ਅਸੀਂ ਡਿਟੇਲਡ ਇਹਦੀ ਰਿਵੀਜ਼ਨ ਚਾਹੁੰਦੇ ਹਾਂ। ਤੇ ਮੈਂ ਬੇਨਤੀ ਕੀਤੀ ਸੀ ਵੀ ਸਾਨੂੰ ਟਾਈਮ ਦਾ ਫਿਰ ਪਤਾ ਨਹੀਂ ਲੱਗੇਗਾ, which is fine. Before Kara Singh ji starts, does anyone want to say something, anything about Japji? Hanji?
ਕੋਈ ਨਹੀਂ। ਮੇਰੇ ਖਿਆਲ ਕੱਲ ਗੱਲ ਕੀਤੀ ਸੀ ਕਿ ਅਸੀਂ ਤੁਸੀਂ ਸਵਾਲ ਪਾਓਗੇ ਬਾਅਦ ਚ, ਹੈ ਪਰਮਜੀਤ? Yeah, हाँ, if चलो इस- anybody- है ना? हाँ जी। ठीक है, चलो। ਭੁਪਿੰਦਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਕਾਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਮੈਂ ਕਾਫੀ ਸੋਚ ਰਿਹਾ ਸੀ ਕਿ ਕਿੱਥੋਂ ਸ਼ੁਰੂ ਕਰਾਂ ਤੇ ਕਿੱਥੇ ਸਮਾਪਤੀ ਕਰਾਂ ਤੇ ਕਿਹੜੀ ਗੱਲ ਕਰਾਂ। ਹੁਣ ਇਹ ਜਿਹੜੀ ਜਪਜੀ ਸਾਹਿਬ ਆ, ਏਦਾਂ ਲੱਗਦਾ ਵਾ ਕਿ ਗੁਰੂ ਸਾਹਿਬ ਦੀ 70 ਸਾਲ ਦੀ ਕਮਾਈ ਹੈ। 70 ਸਾਲ ਬੜਾ ਟਾਈਮ ਹੁੰਦਾ। 70 ਸਾਲ ਦਾ ਐਕਸਪੀਰੀਅੰਸ ਜਿਹੜਾ ਵਾ ਉਹ ਗੁਰੂ ਸਾਹਿਬ ਨੇ ਜਪਜੀ ਸਾਹਿਬ ਵਿੱਚ ਅੰਕਿਤ ਕੀਤਾ। ਤੇ ਜਿੱਦਾਂ ਗੁਰੂ ਸਾਹਿਬ ਕਹਿੰਦੇ ਵੀ ਕਥਨਾ ਕਥੀ ਨਾ ਆਵੇ ਟੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਸਿਮਿਲਰਲੀ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਦੀ ਗੱਲ ਨਹੀਂ ਕਥੀ ਜਾ ਸਕਦੀ, ਸਿਮਿਲਰਲੀ ਜਿਹੜੀ ਜਪਜੀ ਗੁਰਬਾਣੀ ਆ ਇਹਦੇ ਪ੍ਰਤੀ ਵੀ ਜਿਹੜੀ ਸਾਰੀ ਬਿਆਨਬਾਜ਼ੀ ਆ ਉਹ ਨਹੀਂ ਕੀਤੀ ਜਾ ਸਕਦੀ, ਸਾਰੀ ਗੱਲ ਨਹੀਂ ਕੀਤੀ ਜਾ ਸਕਦੀ। ਜੇ ਇੱਕ ਇੱਕ ਪੈਰਾਗ੍ਰਾਫ ਨੂੰ ਵੀ ਕਰਨ ਲਈ ਲੱਗੀਏ ਤੇ ਕਾਫੀ ਸਮੇਂ ਦੀ ਜ਼ਰੂਰਤ ਹੁੰਦੀ ਹੈ। ਤੇ ਇਸ ਸਭ ਦੇ ਬਾਵਜੂਦ ਅਸੀਂ ਸਾਰੇ ਜਾਣੇ ਰਲ ਕੇ, ਮੈਂ ਵੀ ਨਾਲ ਆ, ਆਪਾਂ ਇੱਕ ਨਿਮਾਣਾ ਜਿਹਾ ਐਫਰਟ ਕਰਨਾ, ਕੋਸ਼ਿਸ਼ ਕਰਨੀ, ਉਦਮ ਕਰਨਾ ਵਾ ਕਿ ਅਸੀਂ ਗੁਰੂ ਸਾਹਿਬ ਦੀ ਗੱਲ ਨੂੰ ਸਮਝ ਸਕੀਏ, ਵਿਚਾਰ ਸਕੀਏ ਤੇ ਉਹ ਤੋਂ ਅਸੀਂ ਜਿਹੜਾ ਵਾ ਲਾਭ ਲੈ ਸਕੀਏ। ਤੇ ਮੈਂ ਦੇਖਿਆ ਆਪਣੇ ਆਪ 'ਚ ਵੀ ਜਦੋਂ ਮੈਂ ਸੰਸਾਰ ਵਿੱਚ ਵਿਚਰਿਆ ਤੇ ਜਿਹੜਾ ਫਲਸਫਾ ਜਿਹੜਾ ਉਪਲਬਧ ਸੀ, ਜਿਹੜੀ ਸਮਾਜਿਕ ਦੇਣ ਸੀ ਮੈਨੂੰ, ਉਹਦੇ ਵਿੱਚ ਮੈਨੂੰ ਕੁੜਿਆਰਤਾ ਮਿਲੀ। ਉਹਦੇ ਕਰਕੇ ਮੈਂ ਕੁੜਿਆਰ ਸੀਗਾ। ਮੈਂ ਵੀ ਮਹਿਮਾਂ ਭਰਮਾਂ ਦੇ ਵਿੱਚ ਜਿਵੇਂ ਜਿੰਦਾ ਸੀ। ਮੈਂ ਵੀ ਗੁਰਦੁਆਰੇ ਜਾਣਾ ਤੇ ਜਿਹੜੇ ਉੱਥੇ ਲੋਕੀ ਪੈਰ ਧੋ ਕੇ ਅੰਦਰ ਜਾਂਦੇ ਆ, ਉਹਦੀ ਚੁਲੀ ਭਰ ਕੇ ਇਹਦੇ ਸਿਰ ਤੋਂ ਦੀ ਸੁੱਟਣੀ। ਤੇ ਹੋਰ ਵੀ ਕਈ ਪਿੰਡਾਂ ਦੇ ਵਿੱਚ ਹੁੰਦੀਆਂ ਨੇ ਮੁਸਲਮਾਨਾਂ ਦੀਆਂ ਮਜ਼ਾਰਾਂ, ਉੱਥੇ ਸਾਲਾਨਾ ਮੇਲੇ ਲੱਗਣੇ ਤੇ ਉਹ ਜਿਹੜੀ ਮਜ਼ਾਰ ਜੀ ਉੱਥੇ ਮੱਥਾ ਟੇਕਣਾ, ਉੱਥੇ ਦੀਵਾ ਬਾਲਣਾ। ਇਹ ਸਾਰੇ ਕੁੜਿਆਰ ਜਿਹੜੇ ਕਰਤਵ ਸੀਗੇ ਇਹ ਮੈਂ ਕਰਦਾ ਰਿਹਾ। ਸਿੱਜੇ ਪਾਤਸ਼ਾਹ ਦੀ ਬਖਸ਼ਿਸ਼ ਹੋਈ ਤੇ ਤਬਦੀਲੀ ਆਈ। ਵੀ ਉਸ ਬੁਲੰਦੀ ਤੱਕ ਤਬਦੀਲੀ ਤੇ ਨਹੀਂ ਆਈ ਪਰ ਕੁਛ ਚੇਂਜ ਆਈ ਆ। ਉਹਦਾ ਕਾਰਨ ਇਹ ਸੀ ਕਿ ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਤੇ ਮੱਤ ਦੇ ਵਿੱਚ ਉਹ ਜਿਹੜੀ ਕੀਮਤੀ ਸੁਪਰੀਮ ਵਿਜ਼ਡਮ ਸੀ, ਜਿਹੜੀ ਗੁਰਮਤਿ ਸੀ, ਜਿਹਨੇ ਮੈਨੂੰ ਕੁੜਿਆਰ ਤੋਂ ਸਚਿਆਰ ਤੱਕ ਦਾ ਰਾਹ ਦਿਖਾਉਣਾ ਸੀ, ਉਹ ਉਪਲਬਧ ਹੋਈ। ਤੇ ਹੁਣ ਪਹਿਲੀ ਜਿਹੜੀ ਪੌੜੀ ਆ ਉਹਦੇ ਵਿੱਚ ਗੁਰੂ ਸਾਹਿਬ ਮਨੁੱਖ ਨੂੰ ਸੁਚੇਤ ਕਰਦੇ ਨੇ, ਭਾਵ ਮੈਨੂੰ ਸੁਚੇਤ ਕਰਦੇ ਨੇ ਕਿ ਸੋਚੇ ਸੋਚ ਨਾ ਹੋਈ। ਜੇ ਤੂੰ ਆਪਣੀ ਸਰੀਰਕ ਪਵਿੱਤਰਤਾ ਪਿੱਛੇ ਪੈ ਗਿਆ ਨਾ ਤੇ ਤੂੰ ਪੁੱਤਰ ਕੁੜਿਆਰ ਹੀ ਆ। ਤੇ ਜੇ ਤੂੰ ਮੂਨ ਧਾਰਨ ਲੱਗ ਗਿਆ ਤੇ ਤਾਂ ਵੀ ਤੂੰ ਕੁੜਿਆਰ ਆ। ਤੇ ਜੇ ਤੂੰ ਲਾਲਚੀ ਤੇ ਭੁੱਖਾ ਵਾਂ ਤੇ ਤੂੰ ਵੀ ਤਾਂ ਵੀ ਕੁੜਿਆਰ ਆ। ਪਰ ਜਿਹੜੀਆਂ ਸਹਿ ਸਿਆਣਪਾਂ ਤੂੰ ਗੁਰਮਤਿ ਤੋਂ ਬਗੈਰ ਗੱਲਾਂ ਕਰੇਗਾ, ਆਪਣੀ ਚਤੁਰਾਈ ਵਿਖਾਏਗਾ, ਉਹ ਵੀ ਤੈਨੂੰ ਕੁੜਿਆਰ ਹੀ ਬਣਾਉਣਗੀਆਂ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਵਿੱਚੋਂ ਸਮਾਜ ਵਿੱਚੋਂ ਮਿਲੀਆਂ ਤੇ ਹੁਣ ਗੁਰੂ ਸਾਹਿਬ ਕਹਿੰਦੇ ਵੀ ਇਹ ਕੁੜਿਆਰ ਦੀ ਕੰਧ ਜਿਹੜੀ ਆ, ਇਹ ਏਡੀ ਜਿਹੜੀ ਤਗੜੀ ਕੰਧ ਆ, ਇਹ ਕਿੱਦਾਂ ਟੁੱਟੇ, ਕਿੱਦਾਂ ਤੂੰ ਕ੍ਰਾਸ ਓਵਰ ਕਰੇ ਤੇ ਤੂੰ ਸਚਿਆਰ ਬਣ ਸਕੇ।
ਤੇ ਗੁਰੂ ਸਾਹਿਬ ਕਹਿੰਦੇ ਵੀ ਕਿਉਂ ਸਚਿਆਰਾ ਹੋਈਏ, ਕਿਉਂ ਕੂੜੇ ਟੁੱਟੇ ਪਾਲ। ਵੀ ਕਿੱਦਾਂ ਮਨੁੱਖ ਜਾਂ ਮੈਂ ਕਰ ਸਿੰਘ ਕਿੱਦਾਂ ਸਚਿਆਰ ਹੋਵੇ ਤੇ ਕਿੱਦਾਂ ਇਹ ਕੂੜ ਦੀ ਜਿਹੜੀ ਕੰਧ ਆ, ਜਿਹੜੀ ਮੇਰੇ ਪਰਮਾਤਮਾ ਦੇ ਮਿਲਾਪ ਵਿੱਚ ਬਹੁਤ ਵੱਡੀ ਹਿੰਡਰੈਂਸ ਆ, ਉਹ ਕਿੱਦਾਂ ਟੁੱਟੇ। ਤੇ ਗੁਰੂ ਸਾਹਿਬ ਨੇ ਕਿਹਾ ਵੀ ਉਹਦਾ ਤਰੀਕਾ ਇਹ ਆ ਵੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਤੇਰੇ ਅੰਦਰ ਇੱਕ ਜੀਵਨ ਰੋਹ ਚੱਲ ਰਹੀ ਆ, ਤੂੰ ਆਪਣੇ ਨਾਲ ਆਪਣੀ ਜੀਵਨ ਰੋਹ ਨੂੰ ਲੈ ਕੇ ਤੁਰ ਰਿਹਾ, ਰੋਹ ਨੂੰ ਲੈ ਕੇ ਤੁਰ ਰਿਹਾ ਵਾ। ਤੇ ਜਿਹੜੀ ਜੀਵਨ ਰੋਹ ਆ ਇਹ ਤੇਰੀ ਨਹੀਂ, ਇਹਦੇ ਵਿੱਚ ਮਾਲਕ ਆ ਤੇ ਇਹਦੇ ਵਿੱਚ ਹੀ ਪਰਮਾਤਮਾ ਦਾ ਹੁਕਮ ਆ, ਉਹ ਤੂੰ ਲੈ ਕੇ ਚੱਲਣਾ। ਅੱਛਾ, ਵੀ ਜੇ ਤੂੰ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣ ਲੱਗ ਪਿਆ, ਤੈਨੂੰ ਉਹਦੀ ਸਮਝ ਆ ਗਈ ਵੀ ਜੋ ਕੁਝ ਵੀ ਮੈਂ ਕਰ ਰਿਹਾ ਵਾਂ ਉਹ ਮੇਰਾ ਕੀਤਾ ਹੋਇਆ ਨਹੀਂਗਾ, ਉਹ ਜਿਹੜੀ ਮੇਰੇ ਵਿੱਚ ਸੱਚੇ ਪਾਤਸ਼ਾਹ ਨਿਰੰਕਾਰੀ ਸ਼ਕਤੀ ਜਿਹੜੀ ਮੇਰੇ ਵਿੱਚ ਬੈਠੀ ਹੋਈ ਆ ਨਾ, ਉਹ ਕਰ ਰਹੀ ਆ। ਤੇ ਤੂੰ ਇਹ ਗੱਲ ਨੂੰ ਜਦੋਂ ਪਛਾਣ ਲਏਗਾ ਨਾ, ਤੇ ਤੈਨੂੰ ਏਦਾਂ ਲੱਗੇਗਾ ਕਿ ਇਹ ਸੱਚੇ ਪਾਤਸ਼ਾਹ ਦਾ ਹੁਕਮ ਹੈ। ਤੇ ਜਦੋਂ ਤੂੰ ਉਸ ਨਿਰੰਕਾਰੀ ਸ਼ਕਤੀ ਨੂੰ ਸਮਝ ਲਿਆ, ਉਹਦੇ ਨਾਲ ਸਾਂਝ ਬਣਾ ਲਈ, ਉਹਦੇ ਨਾਲ ਤੇਰਾ ਮੇਲ ਚਾਲ ਹੋ ਗਿਆ, ਉਹ ਤੇਰੇ ਸੁਭਾਅ ਦਾ ਹਿੱਸਾ ਬਣ ਗਈ, ਤੇ ਫਿਰ ਤੂੰ ਸਚਿਆਰ ਹੋ ਸਕਦਾ। ਅੱਛਾ, ਹੁਣ ਜਦੋਂ ਮੈਂ ਹੁਕਮ ਪਰਾ ਦੀ ਸੋਚ ਰਿਹਾ ਸੀ ਤੇ ਮੈਨੂੰ ਏਦਾਂ ਲੱਗਾ ਵੀ ਹੁਕਮ ਜਿਹੜਾ ਨਾ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਉਹਦੇ ਪ੍ਰਤੀ ਗੱਲ ਕਰਨੀ ਬਹੁਤ ਕਠਿਨ ਹੈ। ਇੱਕ ਤੇ ਉਹ ਜਿਹੜੀ ਨਿਰੰਕਾਰੀ ਸ਼ਕਤੀ ਮੇਰੇ ਵਿੱਚ ਬੈਠੀ ਆ, ਹੁਕਮ ਦੇ ਰੂਪ ਵਿੱਚ ਮੇਰੇ ਨਾਲ ਲਿਖੀ ਹੋਈ ਆ, ਤੇ ਦੂਜੀ ਸੱਚੇ ਪਾਤਸ਼ਾਹ ਦੀ ਘਾੜਤ ਕਰਨ ਦੀ। ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਏ। ਹੁਣ ਜਿੰਨੇ ਵੀ ਆਕਾਰ ਨੇ, ਜਿੰਨੇ ਵੀ ਇਮੇਜ ਨੇ, ਜੋ ਵੀ ਸਾਨੂੰ ਦ੍ਰਿਸ਼ਟੀਮਾਨ ਸੰਸਾਰ ਜਿਹੜਾ ਵਾ ਦਿਖਾਈ ਦੇ ਰਿਹਾ ਵਾ, ਇਹ ਵੀ ਉਹਦਾ ਹੁਕਮ ਹੈ। ਹੁਣ ਮੇਰੇ ਹੁਕਮ ਵਿੱਚ ਜਿਹੜਾ ਮੇਰੇ ਨਾਲ ਹੁਕਮ ਚੱਲਣ ਡਿਆ ਵਾ, ਤੇ ਇਹ ਜਿਹੜੀ ਪਰਮਾਤਮਾ ਦੀ ਘਾੜਤ ਕਰਨ ਦੀ ਸ਼ਕਤੀ ਆ, ਇਹ ਮੈਨੂੰ ਇੰਨਾ ਲੱਗਦਾ ਵੀ ਭਾਵੇਂ ਇੱਕੋ ਹੀ ਸਰੋਤ ਆ, ਪਰ ਇਹ ਦੋ ਪਾਰਟ ਲੱਗਦੇ ਆ। ਇੱਕ ਮੇਰੇ ਵਿੱਚ ਜਿਹੜਾ ਪਰਮਾਤਮਾ ਵਿਚਰ ਰਿਹਾ ਵਾ, ਇੱਕ ਜਿਹੜੀ ਪਰਮਾਤਮਾ ਇਹ ਹਵਾ ਚਲਾ ਰਿਹਾ, ਪਾਣੀ ਚਲਾ ਰਿਹਾ, ਤੇ ਜਿਹੜੇ ਪਹਾੜ ਨੇ, ਦਰਿਆ ਨੇ, ਆਕਾਸ਼ ਆ, ਗੈਲੈਕਸੀਆਂ ਨੇ, ਤੇ ਹਰ ਥਾਂ ਹੀ ਜਿਹੜਾ ਨਾ ਪਰਮਾਤਮਾ ਜਿਹੜਾ ਉਹ ਵਿਚਰ ਰਿਹਾ ਵਾ, ਇਹ ਘਾੜਤ ਕਰਕੇ ਤੇ ਵਿੱਚ ਬੈਠਾ ਹੋਇਆ। ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਏ। ਹਾਂਜੀ, ਗੁਰੂ ਸਾਹਿਬ ਫਿਰ ਕਹਿੰਦੇ ਵੀ ਇਹ ਪਰਮਾਤਮਾ ਜਿਹੜਾ ਇੰਨਾ ਵਿਸ਼ਾਲ ਆ, ਹਾਂਜੀ, ਤੇ ਲੋਕੀ ਮੇਰੇ ਵਰਗੇ ਜਿਹੜੇ ਨੇ ਫਿਰ ਉਹਦੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ। ਕੋਈ ਉਹਨੂੰ ਗਾਉਣ ਦੀ ਕੋਸ਼ਿਸ਼ ਕਰਦਾ, ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਸ ਜਾਣ ਨਿਸ਼ਾਨ। ਹਾਂਜੀ, ਗੁਰੂ ਸਾਹਿਬ ਕਹਿੰਦੇ ਵੀ ਗਾਵੇ ਕੋ ਗਾਉਣ ਤੇ ਕਥਨ ਦੀ ਗੱਲ ਗੁਰੂ ਸਾਹਿਬ ਕਰਦੇ ਨੇ ਵੀ ਇਹ ਕਿੰਨੇਕਾਂ ਲੋਕੀ ਜਿਹੜੇ ਨੇ ਪਰਮਾਤਮਾ ਦੀ ਪ੍ਰਤੀ ਗੀਤ ਗਾਉਂਦੇ ਚਲੇ ਗਏ, ਉਹਦੀ ਜਿਹੜੀ ਕਥਾ ਕਰਦੇ ਚਲੇ ਗਏ। ਕਥਨਾ ਕਥੀ ਨਾ ਆਵੇ ਟੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਨੇਕਾਂ ਲੋਕਾਂ ਨੇ ਉਹਦੀ ਕਥਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਪਰਮਾਤਮਾ ਨੂੰ ਬਿਆਨ ਨਹੀਂ ਕਰ ਸਕੇ। ਅੱਗੇ ਜਿਹੜਾ ਹੈਗਾ ਸੀ ਇੱਕ ਪੁਆਇੰਟ ਮੈਂ ਲਿਖਿਆ ਸੀਗਾ ਵੀ ਜਿਹੜਾ ਮਨੁੱਖ ਨੇ ਬੁਲੰਦੀ ਨੂੰ ਛੂਹਣਾ ਵਾ, ਸਚਿਆਰ ਬਣਨਾ, ਸਚਿਆਰ ਮਨੁੱਖ ਦੀ ਬੁਲੰਦੀ ਹੈ, ਇਹਦੀ ਡੈਸਟੀਨੇਸ਼ਨ ਹੈ। ਤੇ ਉਹਦੇ ਵਾਸਤੇ ਜਿਹੜਾ ਫਿਊਲ ਆ, ਜਿਹੜਾ ਪ੍ਰੋਸੀਜਰ ਤੇ ਆਪਰੇਟਸ ਆ, ਉਹ ਆ ਗੁਰੂ ਸਾਹਿਬ ਦੀ ਸਿੱਖਿਆ। ਗੁਰੂ ਸਾਹਿਬ ਕਹਿੰਦੇ ਵੀ ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਤੂੰ ਗੁਰੂ ਦੀ ਸਿੱਖਿਆ ਨੂੰ ਸੁਣ ਲਿਆ, ਹਾਂਜੀ, ਉਹਨੂੰ ਅਪਣਾ ਲਿਆ, ਤੇ ਫਿਰ ਤੂੰ ਹੋ ਸਕਦਾ ਵਾ ਕਿ ਤੂੰ ਸਚਿਆਰ ਹੋ ਜਾਵੇਂ। ਅੱਗੇ ਹੁਣ ਜਦੋਂ ਮਨੁੱਖ ਏਦਾਂ ਚੱਲਦਾ ਅੱਗੇ ਜਾਂਦਾ ਵਾ, ਤੇ ਇੱਕ ਤੇ ਉਹ ਜਿਹੜੇ ਨੇ ਸਚਿਆਰ ਹੋਣ ਵਾਲੇ ਪਾਸੇ ਤੁਰੇ ਹੋਏ ਨੇ,
ਗੁਰੂ ਦੀ ਸਿੱਖਿਆ ਤੇ ਤੁਰਨ ਵਾਲੇ ਨੇ, ਤੇ ਦੂਜੇ ਪਾਸੇ ਉਹ ਲੋਕ ਨੇ ਜਿਹੜੀ ਬੜੀ ਲੰਮੀ ਉਮਰ ਜੀਣਾ ਚਾਹੁੰਦੇ ਨੇ, ਬੜੀ ਮਸ਼ਹੂਰੀ ਕਰਾਉਣੀ ਚਾਹੁੰਦੇ ਨੇ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ। ਚੰਗਾ ਨਾਮ ਰਖਾਏ ਕੇ ਜਸ ਕੀਰਤ ਜਗ ਲੈ, ਜੇ ਤਿਸ ਨਜ਼ਰ ਨਾ ਆਵੀ ਤਾਂ ਬਾਤ ਨਾ ਪੁੱਛੇ ਕੇ। ਕਹਿੰਦੇ ਜੇ ਤੂੰ ਪ੍ਰਮਾਤਮਾ ਦੀ ਨਜ਼ਰ ਵਿੱਚ ਨਾ ਆਇਓ ਤੇ ਫੇਰ ਤੇਰਾ ਸਭ ਕੁਝ ਕੀਤਾ, ਤੇਰੀ ਲੰਮੀ ਉਮਰ, ਤੇਰੀ ਮਸ਼ਹੂਰੀ, ਤੇਰੀ ਬੱਲੇ ਬੱਲੇ, ਇਹਦੇ ਵਿੱਚ ਇਹ ਕੋਈ ਗੱਲ ਨਹੀਂ ਤੇਰੀ ਬਣਨੀ। ਤੇ ਪ੍ਰਮਾਤਮਾ ਦਾ ਕੀ ਵਿਲੱਖਣਤਾ ਵਾ, ਤੇ ਗੁਰੂ ਸਾਹਿਬ ਕਹਿੰਦੇ ਵੀ ਨਾਨਕ ਨਿਰਗੁਣ ਗੁਣ ਕਰੇ। ਜਿਹੜੇ ਨਿਰਗੁਣੇ ਨੇ ਮੇਰੇ, ਜਿਨ੍ਹਾਂ ਨੂੰ ਕੱਖ ਪਤਾ ਨਹੀਂ, ਅਕਲ ਸ਼ੂਰ ਨਹੀਂ ਕੋਈ, ਉਹਨਾਂ ਨੂੰ ਮਾਲਕ ਗੁਣ ਦਿੰਦਾ ਵਾ। ਤੇ ਜਿਹੜੇ ਗੁਣਵੰਤੇ ਆ, ਜਿਹੜੇ ਗੁਣਵਾਨ ਨੇ, ਉਹਨਾਂ ਨੂੰ ਗੁਣਵੰਤੇ ਬਣਾ ਦਿੰਦਾ ਵਾ। ਅੱਛਾ, ਜਿਉਂ ਮਨੁੱਖ ਗੁਰੂ ਦੇ ਉਪਦੇਸ਼ ਨੂੰ ਮੰਨਦਾ ਵਾ ਤੇ ਉਹਦੇ ਉਪਦੇਸ਼ ਨੂੰ ਸੁਣਦਾ ਵਾ, ਉਹਨੂੰ ਸਮਝਦਾ ਵਾ, ਉਹਨੂੰ ਵਿਚਾਰਦਾ ਵਾ, ਤੇ ਫਿਰ ਇਹਨੂੰ ਅਵਸਥਾ ਪ੍ਰਾਪਤ ਹੁੰਦੀ ਆ, ਜਿਹੜੀ ਸੁਣੇ ਦੁੱਖ ਪਾਪ ਕਾ ਨਾਨਕ ਭਗਤਾਂ ਸਦਾ ਵਿਗਾਸ, ਤੇ ਸੁਣੇ ਦੁੱਖ ਪਾਪ ਕਾ ਨਾਸ। ਫਿਰ ਇਹ ਮਨੁੱਖ ਭਗਤ ਬਣ ਜਾਂਦਾ ਵਾ ਸੁਣ ਕੇ। ਜਦੋਂ ਮਨੁੱਖ ਗੁਰੂ ਦੇ ਉਪਦੇਸ਼ ਨੂੰ ਸੁਣਦਾ ਵਾ ਤੇ ਉਹਨੂੰ ਸਮਝਦਾ, ਵਿਚਾਰਦਾ, ਤੇ ਆਪਣੇ ਜੀਵਨ ਦਾ ਹਿੱਸਾ ਬਣਾ ਲੈਂਦਾ। ਤੇ ਜਿੱਦਾਂ ਗੁਰੂ ਸਾਹਿਬ ਕਹਿੰਦੇ ਪੰਚਾਂ ਕਾ ਗੁਰ ਏਕ ਧਿਆਨ, ਜਿਹੜਾ ਮਨੁੱਖ ਜਦੋਂ ਫੋਕਸ ਹੋ ਜਾਂਦਾ ਨਾ ਗੁਰੂ ਦੇ ਉਪਦੇਸ਼ ਤੇ ਉਹਨੂੰ ਇੱਕ ਸੱਚੇ ਪਾਤਸ਼ਾਹ ਵਾਲੇ ਪਾਸਿਓਂ ਇੱਕ ਪਦਵੀ ਪ੍ਰਾਪਤ ਹੁੰਦੀ ਹੈ। ਉਹ ਮਨੁੱਖ ਭਗਤ ਬਣਦਾ। ਤੇ ਭਗਤ ਮਨੁੱਖ ਹਮੇਸ਼ਾ ਹੀ ਖੁਸ਼ਹਾਲ ਰਹਿੰਦਾ, ਉਹ ਵਿਗਾਸ ਦੇ ਵਿੱਚ ਰਹਿੰਦਾ। ਤੇ ਸੁਣੇ ਦੁੱਖ ਪਾਪ ਕਾ ਨਾਸ। ਜਿਹਦੇ ਗੁਰੂ ਦੇ ਉਪਦੇਸ਼ ਸੁਣਨ ਦੇ ਨਾਲ ਮਨੁੱਖ ਦੇ ਜਿਹੜੇ ਮਾਨਸਿਕ ਦੁੱਖ, ਸੰਤਾਪ ਆ, ਬਖੇੜੇ ਜਿਹੜੇ ਆ, ਇਹ ਖਤਮ ਹੋ ਜਾਂਦੇ ਆ। ਕਿਉਂਕਿ ਮਨੁੱਖ ਨੂੰ ਜਿੰਨੀਆਂ ਵੀ ਲਾਮਤਾਂ ਮਿਲਦੀਆਂ ਨੇ, ਪ੍ਰਾਪਤ ਹੁੰਦੀਆਂ ਨੇ, ਇਹ ਇਹਦੀ ਅਗਿਆਨਤਾ ਕਰਕੇ, ਇਹਦੀ ਇਗਨੋਰੈਂਸ ਕਰਕੇ ਹੁੰਦੀਆਂ ਨੇ। ਤੇ ਜਿਹੜਾ ਗੁਰੂ ਦਾ ਸ਼ਬਦ ਆ, ਉਹ ਮਨੁੱਖ ਨੂੰ ਸੂਝਵਾਨ ਤੇ ਸਿਆਣਾ ਬਣਾ ਦਿੰਦਾ। ਫਿਰ ਗੁਰੂ ਸਾਹਿਬ ਕਹਿੰਦੇ ਵੀ ਸੁਣਨਾ ਚੰਗੀ ਗੱਲ ਆ, ਪਰ ਜੇ ਤੂੰ ਪੁੱਤਰ ਮੰਨ ਲਿਆ ਨਾ ਕਿਤੇ, ਹਾਂਜੀ, ਇਹ ਅਸਲ 'ਚ ਜਿਹੜਾ ਗੁਰੂ ਦਾ ਉਪਦੇਸ਼ ਆ, ਇਹ ਨਾਮ ਹੀ। ਤੇ ਗੁਰੂ ਸਾਹਿਬ ਕਹਿੰਦੇ ਵੀ ਐਸਾ ਨਾਮ ਨਿਰੰਜਨ ਹੋਏ, ਇਹ ਤੈਨੂੰ ਨਿਰੰਜਨ ਕਰ ਦੇਵੇਗਾ। ਕਿਉਂਕਿ ਇਹਦੇ ਵਿੱਚ ਮਾਇਆ ਦੀ ਮਿਲਾਵਟ ਨਹੀਂ ਗੀ, ਇਹਦੇ ਵਿੱਚ ਵਿਕਾਰਾਂ ਤੋਂ ਇਹ ਰਹਿਤ ਆ, ਇਹ ਪਿਓਰ ਹੈ, ਬਿਲਕੁਲ 100% ਜਿਹੜਾ ਪਿਓਰ ਹੈ ਨਾਮ। ਤੇ ਜੇ ਕਿਤੇ ਇਹ ਤੈਨੂੰ ਇਹਦੀ ਸਮਝ ਆ ਗਈ, ਤੂੰ ਇਹਨੂੰ ਅਪਣਾ ਲਿਆ, ਤੇਰੇ ਜੀਵਨ ਦਾ ਹਿੱਸਾ ਬਣ ਗਿਆ, ਤੇ ਫਿਰ ਤੂੰ ਨਿਰੰਜਨ ਹੋ ਜਾਏਗਾ। ਦੇਖੋ ਜਿਹੜੀਆਂ ਚੀਜ਼ਾਂ ਨੇ, ਇਹ ਮੈਂ ਸੋਚਦਾ ਵਾਂ ਕਿ ਇਹ ਕਹਿਣ ਮਾਤਰ ਨਹੀਂ, ਇਹ ਐਕਚੁਅਲੀ ਹੈਪਨ ਹੁੰਦੀਆਂ ਨੇ। ਮਨੁੱਖ ਗੁਰੂ ਦਾ ਉਪਦੇਸ਼ ਸੁਣ ਕੇ ਭਗਤ ਬਣ ਸਕਦਾ ਵਾ। ਮਨੁੱਖ ਗੁਰੂ ਦਾ ਉਪਦੇਸ਼ ਮੰਨ ਕੇ ਇਹ ਨਿਰੰਜਨ ਹੋ ਸਕਦਾ ਵਾ। ਤੇ ਇਹ ਨਿਰੰਜਨਤਾ ਉਸੇ ਮਨੁੱਖ ਨੂੰ ਹੀ ਦਿਖਾਈ ਦੇਗੀ ਜੇ ਕੋ ਮਨ ਜਾਣੇ ਮਨ ਕੋਈ। ਜਿਹੜੇ ਕੋਈ ਮਨ ਨਿਰੰਜਨ ਹੋਇਆ ਵਾ, ਉਹਨੂੰ ਹੀ ਇਹ ਪਤਾ ਲੱਗੇਗਾ ਕਿ ਗੁਰੂ ਦਾ ਜਿਹੜਾ ਨਾਮ ਆ, ਇਹਦਾ ਉਪਦੇਸ਼ ਆ ਜਾਂ ਗੁਰਬਾਣੀ ਆ, ਇਹ ਕਿੰਨੀ ਨਿਰੰਜਨ ਆ। ਹੁਣ ਜਦੋਂ ਮਨੁੱਖ ਜਦੋਂ 4 ਸੁਣਦੀਆਂ ਤੇ 4 ਮੰਨਣ ਦੀਆਂ ਜਿਹੜੀਆਂ ਪੌੜੀਆਂ ਨੂੰ ਗ੍ਰਹਿਣ ਕਰ ਲੈਂਦਾ ਵਾ, ਤੇ ਪਲੱਸ ਜਿਹੜੀਆਂ ਪਹਿਲੀਆਂ 7 ਨੇ, ਉਹਨਾਂ 'ਚ ਵੀ ਬਹੁਤ ਜ਼ਿਆਦਾ ਉਪਦੇਸ਼ ਗੁਰੂ ਸਾਹਿਬ ਨੇ ਦਿੱਤਾ। ਜਦੋਂ ਮਨੁੱਖ ਇਹਨਾਂ 15 ਪੌੜੀਆਂ ਨੂੰ ਆਪਣੇ ਜੀਵਨ ਵਿੱਚ ਵਸਾ ਲੈਂਦਾ ਵਾ, ਇਹ 15 ਪੌੜੀਆਂ ਜਦੋਂ ਮਨੁੱਖ ਦੇ ਜੀਵਨ ਵਿੱਚ ਵਸ, ਰਸ ਤੇ ਧੱਸ ਜਾਂਦੀਆਂ ਨੇ, ਘੁਲ ਮਿਲ ਜਾਂਦੇ ਆ। ਜਿਉਂ ਜਲ ਮੈਂ ਜਲ ਆਏ ਘਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ ਜਦੋਂ ਹੁੰਦਾ, ਤੇ ਫਿਰ ਮਨੁੱਖ ਜਾ ਕੇ ਪੰਚ ਬਣਦਾ ਵਾ। ਤੇ ਜਿਹੜਾ ਮਨੁੱਖ ਪੰਚ ਬਣਿਆ ਹੁੰਦਾ, ਉਹਦੀ ਇੱਕ ਵਿਲੱਖਣਤਾ ਹੋਏਗੀ, ਉਹਦਾ ਗੁਰ ਧਿਆਨ ਹੋਏਗਾ। ਪੰਚਾਂ ਕਾ ਗੁਰ ਧਿਆਨ ਏਕ ਧਿਆਨ, ਉਹ ਆਪਣੇ ਗੁਰੂ ਤੇ ਫੋਕਸ ਹੋਇਆ ਹੋਵੇਗਾ। ਜਦੋਂ ਮਨੁੱਖ ਗੁਰੂ ਤੇ ਫੋਕਸ ਹੋ ਜਾਂਦਾ ਵਾ, ਤੇ ਫਿਰ ਮਨੁੱਖ ਨੂੰ ਪਤਾ ਲੱਗਦਾ ਵਾ ਕਿ ਹੇ ਸੱਚੇ ਪਾਤਸ਼ਾਹ, ਮੈਂ ਵਾਰਿਆ ਨਾ ਜਾਵਾਂ ਇੱਕ ਵਾਰ,
ਜੋ ਤੁਧ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਕਹਿੰਦੇ ਇਹ ਸੱਚੇ ਪਾਤਸ਼ਾਹ ਤੇਰੀ ਮੈਂ ਕੀ ਗੱਲ ਕਰਾਂ, ਤੂੰ ਹਮੇਸ਼ਾ ਹਮੇਸ਼ਾ ਲਈ ਆ, ਤੂੰ ਹਮੇਸ਼ਾ ਲਈ ਆ ਸੱਚੇ ਪਾਤਸ਼ਾਹ। ਹਾਂਜੀ ਚਲੋ ਮੈਂ ਇੱਥੋਂ ਤੱਕ ਕਰਦਾ ਵਾਂ, ਹੋਰ ਵੀ ਵੀਰ ਭੈਣ ਕਾਫੀ ਨੇ ਤੇ ਉਹ ਵੀ ਟਾਈਮ ਲੈਣਗੇ। ਤੇ ਇਹ ਆ ਵੀ ਗੁਰੂ ਦੀ ਵਿਚਾਰ ਕਰਦਿਆਂ ਨਿਗਾਂ ਗਲਤੀਆਂ ਹੋ ਜਾਂਦੀਆਂ, ਤੇ ਮੈਂ ਸੋਚਦਾ ਵੀ ਕਈ ਮੇਰੇ ਵਰਗੇ ਪ੍ਰਚਾਰਕ ਇਹ ਕਹਿੰਦੇ ਸੁਣੇ ਜਾਂਦੇ ਆ ਵੀ ਜੇ ਭੁੱਲ ਚੁੱਕ ਹੋਵੇ ਤੇ ਮਾਫ਼ ਕਰਨੀ, ਪਰ ਮੇਰਾ ਸੁਭਾਅ ਹੋ ਰਿਹਾ ਮਾਫ਼ ਨਹੀਂ ਕਰਨੀ। ਮੈਨੂੰ ਸਮਝਾਉਣਾ ਵਾ ਕਿ ਤੂੰ ਇੱਥੇ ਗਲਤ ਆ, ਤੈਨੂੰ ਆਹ ਗੱਲ ਕਰਨੀ ਚਾਹੀਦੀ ਸੀ। ਜੇ ਉਹ ਗੁਰਮਤਿ ਦੇ ਅਨੁਕੂਲ ਹੋਏਗੀ ਤੇ ਮੈਂ ਉਹਨੂੰ ਅਪਣਾ ਲਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਮਿਊਟ ਅਨਮਿਊਟ ਕਮਲਜੀਤ ਜੀ ਤੁਸੀਂ ਅਨਮਿਊਟ ਕਰੋ। ਸੌਰੀ, ਮੈਂ ਉਹ ਖਾਂਸੀ ਆ ਰਹੀ ਸੀ ਤੇ ਮੈਂ ਆਪਣੇ ਆਪ ਨੂੰ ਮਿਊਟ ਕਰ ਲਿਆ ਸੀ। ਆਈ ਡੋਂਟ ਯੂਜੂਅਲੀ ਡੂ ਇਟ। ਮੈਂ ਕਿਹਾ ਵੀ ਪ੍ਰਚਾਰਕ ਤੇ ਅੱਜ ਤਿਆਰ ਹੋ ਕੇ ਆਏ ਲੱਗਦੇ ਆ ਵੀ ਦੱਸੋ ਸਹੀ ਮੈਨੂੰ, ਤੇ ਮੈਂ ਪੂਰੇ, ਪਰ ਨਹੀਂ, ਆਪਾਂ ਇਹ ਸਾਡੀ ਆਪਣੀ ਜਰਨੀ ਹੈ ਤੇ ਅਸੀਂ ਇਹਦੇ ਵਿੱਚ ਆਪ ਹੀ ਤਰੱਕੀ ਕਰਨੀ ਹੈ ਜਾਂ ਤਰੱਕੀ ਕਰਨੀ ਹੈ, ਰਿਗਰੈਸ਼ਨ ਔਰ ਪ੍ਰੋਗਰੈਸ਼ਨ। Anyone have a question so far, or should we go ahead? Nothing. Chalo. ਭੈਣਾਂ ਨੇ ਕੁਝ ਇੱਕ ਮੈਂਬਰਸ ਨੇ ਵੀ ਕਿਹਾ ਸੀਗਾ ਕਿ ਜਪ ਜੀ, ਅਸੀਂ ਜਦੋਂ ਪਿਛਲੀ ਵਾਰੀ ਗੱਲ ਕੀਤੀ ਕਿ ਇਹ ਇੱਕ ਇਜ਼ਮ ਹੈ, ਗੁਰੂ ਨਾਨਕ ਦਾ ਇੱਕ ਥਿਓਲੋਜੀਕਲ ਆਸਪੈਕਟ ਹੈ, ਸਾਰੀ ਫਿਲਾਸਫੀ ਭਰੀ ਪਈ ਹੈ ਇਹਦੇ ਚ। ਮੈਂ ਸੋਚਦਾ ਵੀ ਉਸ ਵੇਲੇ ਦਾ এনवायरमेंट ਕੀ ਸੀ। ਅਸੀਂ ਅਕਸਰ ਗੱਲਾਂ ਕੀਤੀਆਂ ਨੇ ਭਈ ਮਾਸ਼ੇ, ਬਾਹਮਣ, ਜੋਗੀ, ਇਸਲਾਮ, ਇਹ ਸਾਰੇ prevailed ਸਨ। They were prevailing upon the society, different continents ਦੇ ਵਿੱਚ। ਗੁਰੂ ਸਾਹਿਬ ਦਾ ਉਸ ਵੇਲੇ ਦੇ ਵਿੱਚ ਆਣਾ, corporate level ਚ ਕਹਿੰਦੇ ਹੁੰਦੇ ਆ environmental psychology ਵੀ change is very tough to accept and implement। ਤੇ ਗੁਰੂ ਸਾਹਿਬ ਨੇ ਉਹ ਸਾਰੀ ਜਿਹੜੀ environment situation ਸਟੱਡੀ ਕੀਤੀ ਹੈ ਤੇ ਫਿਰ ਬਾਬਾ ਦੇਖਿਆ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸਾਈ। ਤੇ ਜਿਸ ਸਰਕਾਰ ਸਿੰਘ ਕਰ ਰਹੇ ਸਨ ਵੀ ਅਖੀਰਲੇ ਉਮਰ ਦੇ ਵਿੱਚ ਜਾ ਕੇ ਗੁਰੂ ਸਾਹਿਬ ਨੇ ਇਹ ਅਦੁੱਤੀ ਅਮੁੱਲੀ ਦਾਤ ਸਾਨੂੰ ਸਾਡੀ ਝੋਲੀ ਪਾਈ। ਵੱਖਰੀ ਗੱਲ ਹੈ ਕਿ ਸਾਨੂੰ ਇਹਦੀ ਸਮਝ ਕੋਈ ਨਹੀਂ ਆਈ, ਪਰ ਫਿਰ ਵੀ ਆਪਾਂ ਯਥਾਸ਼ਕਤ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਭਾਈ ਗੁਰਦਾਸ ਜੀ ਦਾ ਕਹਿਣਾ ਹੈ ਕਿ ਫਿਰ ਬਾਬਾ ਆਇਆ ਕਰਤਾਰਪੁਰ ਤੇ ਭੇਖ ਉਦਾਸੀ ਸਗਲ ਉਤਾਰਾ। ਸੋ ਕੁਝ ਕੁ ਗੱਲਾਂ ਰੀਡ ਬਿਹਾਈਂਡ ਦਾ ਲਾਈਨਸ ਨੇ, ਐਕਸਕਿਊਜ਼ ਮੀ, ਕਿ ਬਾਬਾ ਫਿਰ ਕਰਤਾਰਪੁਰ ਚ ਆ ਗਿਆ ਉਦਾਸੀਆਂ ਤੋਂ ਬਾਅਦ, ਤੇ ਉਦਾਸੀਆਂ ਦਾ ਭੇਖ ਲਫ਼ਜ਼ ਵਰਤਿਆ, ਭੇਖ, ਉਦਾਸੀ ਸਗਲ ਉਤਾਰਾ। ਤੇ ਫਿਰ ਕੀ ਕੀਤਾ, ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਫਿਰ ਉਹਨੇ ਸੰਸਾਰੀ ਕੱਪੜੇ ਪਾਏ ਤੇ ਫਿਰ ਮੰਜੀ ਤੇ ਬੈਠ ਕੇ ਬਿਰਾਜਨਾ ਕੀਤਾ। ਤੇ ਇਹਨੂੰ ਇਹ ਵੀ ਕਹਿੰਦੇ ਨੇ ਵੀ ਅਵਤਾਰਾ ਮੀਨਸ ਲੋਕਾਂ ਦਾ ਉਧਾਰ ਕੀਤਾ। ਉਲਟੀ ਗੰਗ ਵਹਾਈਓਨ ਗੁਰ ਅੰਗਦ ਸਿਰ ਉੱਪਰ ਧਾਰਾ।
ਗੁਰੂ ਅੰਗਦ ਨੂੰ ਲਹਿਣੇ ਨੂੰ ਅੰਗਦ ਬਣਾ ਦਿੱਤਾ ਤੇ ਪੁੱਠੀ ਗੰਗ ਉਲਟੀ ਗੰਗਾ ਵਹਾਉਣੀ ਮਤਲਬ ਕਿ ਪੁੱਠੀ ਗੱਲ ਕੀਤੀ ਉਹਨੇ ਕਿ ਭਾਈ ਲਹਿਣਾ ਜੀ ਚੇਲੇ ਸਨ, ਉਹਨਾਂ ਨੂੰ ਗੁਰੂ ਬਣਾ ਲਿਆ ਉਹਨੇ। ਪੁੱਠੀ ਰੀਤ ਚਲਾਤੀ, ਉਲਟੀ ਗੱਲ ਕਰ ਦਿੱਤੀ। ਪੁੱਤਰੀ ਕੌਲ ਨਾ ਪਾਲਿਆ, ਮਨ ਖੋਟੇ ਆਕੀ ਨਸਿਆਰਾ। ਕਿਉਂਕਿ ਚੇਲੇ ਨੂੰ ਇਸ ਕਰਕੇ ਦੇਣਾ ਪਿਆ ਕਿ ਪੁੱਤਰਾਂ ਨੇ ਉਹਨਾਂ ਦਾ ਬਚਨ ਨਹੀਂ ਮੰਨਿਆ ਤੇ ਗੁਰੂ ਸਾਹਿਬ ਦੇ ਜਿਹੜਾ ਇਜ਼ਮ ਦੇ ਝੰਡੇ ਥੱਲਿਓਂ ਜਾਂ ਉਹਦੀ ਮਨੌਤ ਦੇ ਥੱਲੋਂ they disagree with the philosophically। ਬਾਣੀ ਮੁਖੋਂ ਉਚਾਰੀ ਹੈ, ਹੋਏ ਰੁਸ਼ਨਾਈ ਮਿਟੇ ਅੰਧਿਆਰਾ। ਹੁਣ ਪਾਤਸ਼ਾਹ ਆਪ ਕਰਤਾਰਪੁਰ ਬੈਠੇ ਨੇ ਤੇ ਬਾਣੀ ਉਚਾਰ ਰਹੇ ਨੇ। ਅਸੀਂ ਇਮੈਜਿਨ ਕਰਨਾ ਤੇ ਹਨੇਰਾ ਦੂਰ ਹੋਈ ਜਾਂਦਾ ਬਾਣੀ ਨੂੰ ਸੁਣ ਕੇ, ਸੁਣਨ ਵਾਲਿਆਂ ਦਾ, ਸਮਝਣ ਵਾਲਿਆਂ ਦਾ। ਤੇ ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉੱਠੇ ਧੁਨ ਘਾਰਾ। ਤੇ ਹਰ ਵੇਲੇ ਵਿਚਾਰ ਵਟਾਂਦਰਾ ਹੁੰਦਾ ਹੈ। ਮੈਂ ਸੋਚਦਾ ਵੀ ਅਸੀਂ ਤੇ ਵੀ ਆਰ ਬ੍ਰੌਟ ਅਪ, ਜਿਸ ਤਰ੍ਹਾਂ ਕਾਰ ਸਿੰਘ ਜੀ ਵੀ ਦੱਸਦੇ ਸਨ ਵੀ ਅਸੀਂ ਸਿਰਫ ਔਰ ਸਿਰਫ ਕੁੜਿਆਰੀ ਚੀਜ਼ਾਂ ਦੇ ਵਿੱਚ ਵੀ ਵਰ ਬ੍ਰੌਟ ਅਪ। ਏਦਾਂ ਨਹੀਂ ਕਰਨਾ, ਇਹ ਕਰਨਾ, ਇਹ ਨਹੀਂ ਕਰਨਾ, ਇਹ ਕਰਨਾ, ਓਪਰੀ ਜੀ ਸਿੱਖੀ ਦੇ ਵਿੱਚ। ਇਹ ਗੱਲ ਬੜੀ ਕਾਬਲੇ ਗੌਰ ਹੈ। ਅਗਲੀ ਕਹਿੰਦੇ ਸੋਦਰ ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪ ਉਚਾਰਾ। ਸ਼ਾਮ ਦੇ ਵੇਲੇ ਸੋਦਰ ਤੇ ਆਰਤੀ ਮੀਨਸ ਸੋਹਿਲਾ, ਕਿਉਂਕਿ ਸੋਹਿਲੇ ਦਾ ਜਿਹੜਾ ਤੀਸਰੀ ਬਾਣੀ ਹੈ। ਤੇ ਗੁਰਮੁਖ ਭਾਰ ਅਥਰ ਬੰਤਾਰਾ। ਪਹਿਲੇ ਸਾਰੇ ਸੰਸਾਰ ਨੂੰ ਤਾਰਿਆ, ਫਿਰ ਕਰਤਾਰਪੁਰ ਚ ਬੈਠ ਕੇ ਸਤਸੰਗ ਬਣਾਇਆ ਤੇ ਫਿਰ ਹਨੇਰਾ ਜਿਹੜਾ ਸੀ, ਰੋਸ਼ਨੀ ਬੰਦਿਆਂ ਦੀ, ਮਨੁੱਖਾਂ ਦੀ ਹਨੇਰਾ ਦੂਰ ਕੀਤਾ। ਮੈਂ ਸੋਚਾਂ ਵੀ ਕਿੰਨੀ ਕਮਾਲ ਦੀ ਗੱਲ ਕੀਤੀ ਹੋਏਗੀ ਪਾਤਸ਼ਾਹ ਨੇ। ਇਮੈਜਿਨ ਕਰਾਂ ਜੇ ਮੈਂ ਤੇ ਹੁਣ ਜਪਜੀ ਦਾ ਜਦੋਂ ਉਚਾਰਨ ਕੀਤਾ ਸਾਡੇ ਲਈ, ਆਉਣ ਵਾਲੀ ਨਸਲਾਂ ਦੇ ਲਈ, ਤੇ ਗੁਰੂ ਅਰਜਨ ਪਾਤਸ਼ਾਹ ਨੇ ਉਹਨੂੰ ਤਰਤੀਬ ਦੇਣ ਲੱਗਿਆਂ ਇਹ ਮਹਿਸੂਸ ਕੀਤਾ ਕਿ ਇਹ, ਕਿਉਂਕਿ ਬਾਕੀ ਸਾਰੇ ਗੁਰੂ ਹਸਤੀਆਂ ਆਪਣੀ ਉਮਰ ਦੇ ਪਹਿਲੇ ਹਿੱਸੇ ਦੇ ਵਿੱਚ, the first part of the life, they were not into the domain of Guru Nanak. They came later. Although ਜਿਹੜੇ ਚੌਥੇ ਪਾਤਸ਼ਾਹ ਤੋਂ ਬਾਅਦ ਜਿਹੜੇ ਪੰਜਵੇਂ ਪਾਤਸ਼ਾਹ ਨੇ, they were born in the same family, but there were other people also who were born in the same family. They didn't follow through. So ਇੱਕ ਗੱਲ ਬੜੀ ਇੰਪੋਰਟੈਂਟ ਹੈਗੀ ਹੈ ਸਾਡੇ ਲਈ ਸੋਚਣ ਦੇ ਲਈ, ਕਿ ਪੰਜਵੇਂ ਪਾਤਸ਼ਾਹ ਨੇ ਇਹਨੂੰ ਸਿਗਨੀਫਾਈ ਕਰਕੇ ਸ਼ੁਰੂ ਦੇ ਵਿੱਚ ਇਨਕੋਰਪੋਰੇਟ ਕਰਤਾ। ਔਰ ਪਹਿਲੀ ਬਾਣੀ ਹੈ ਜਿਹੜੀ ਉਹ ਰਾਗ ਮੁਕਤ ਹੈ। ਅੱਗੇ ਵੀ ਚੱਲ ਕੇ ਬਾਣੀਆਂ ਹੈਗੀਆਂ ਨੇ ਰਾਗ ਮੁਕਤ। ਫਿਰ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਜਿਹੜੀਆਂ ਲੰਬੀਆਂ ਬਾਣੀਆਂ ਨੇ, 52 ਅੱਖਰੀ, ਅਲਾਉਣੀਆਂ, ਜਿੰਨੀਆਂ ਵੀ ਬਾਣੀਆਂ ਅਸੀਂ ਗੱਲਾਂ ਕੀਤੀਆਂ, ਗੁਣਵੰਤੀ ਤੇ ਓੰਕਾਰ, ਸਿੱਧ ਗੋਸ਼ਟ, ਆਸਾ ਕੀ ਵਾਰ, ਉਹ ਵਾਰਾਂ ਦੇ ਵਿੱਚ ਆ ਜਾਂਦੀ ਹੈ, ਸੁਖਮਨੀ ਸਾਹਿਬ, ਜਿੰਨੀਆਂ ਵੀ ਲੰਬੇਰੀਆਂ ਬਾਣੀਆਂ ਨੇ, ਸਾਰਿਆਂ ਦਾ ਹੈਡਿੰਗ ਜਿਹੜਾ ਉਹ ਦਿੱਤਾ ਹੋਇਆ। ਇੱਕ ਤੇ ਅਸੀਂ ਆਪਣੇ ਸਰਕਮਸਟੈਂਸਿਸ ਨੂੰ, ਆਪਣੀ ਅਪਬ੍ਰਿੰਗਿੰਗ ਨੂੰ ਦੋਸ਼ ਦੇ ਦਿੰਦੇ ਹਾਂ। ਦੂਜਾ, ਅਸੀਂ ਆਪ ਬਲੇਮ ਲੈਣਾ ਨਹੀਂ ਚਾਹੁੰਦੇ।
कि मेरी गलती है, मैं नहीं समझना चाਹਿਆ। ਅਬਰਿੰਗ ਦੇ ਵਿੱਚ ਤੇ ਚਲੋ ਸਾਨੂੰ ਨਹੀਂ ਮਿਲਿਆ, ਪਰ ਮੈਂ ਸਮਝਣਾ ਵੀ ਨਹੀਂ ਚਾਹਿਆ ਕਿ ਐਕਚੁਅਲ ਦੇ ਵਿੱਚ ਇਹਦਾ ਮਹਿਣਾ ਕੀ ਹੈ। ਅਸੀਂ ਜਪਜੀ ਸ਼ੁਰੂ ਤੋਂ ਪੜ੍ਹਦੇ ਪਏ ਤੇ ਅਸੀਂ ਉਹੀ ਪਿਰਤ ਪਾਈ ਰੱਖੀ। ਨਹੀਂ ਜੀ, ਸਾਨੂੰ ਸਮਝਾਇਆ ਇਹ ਗਿਆ ਸੀਗਾ ਕਿ ਜਪਾ ਸੱਚ, ਜੁਗਾ ਸੱਚ, ਹੈ ਵੀ ਸੱਚ, ਜਦ ਕਿ ਅਸੀਂ ਇਹਦੀ ਗੱਲ ਬੜੇ ਡਿਟੇਲ ਦੇ ਵਿੱਚ ਕੀਤੀ ਹੋਈ ਹੈ ਕਿ ਜਪਾ ਸੱਚ ਨਹੀਂ ਹੈ, ਜਪ ਹੈਡਿੰਗ ਹੈ ਬਾਣੀ ਦਾ। ਇਹ ਸਾਰੀ ਬਾਣੀ ਦਾ ਹੈਡਿੰਗ ਜਿਹੜਾ ਉਹ ਜਪ ਹੈ। ਪਰ ਅੱਜ ਵੀ ਸਾਨੂੰ ਕਈਆਂ ਨੂੰ ਆਦਤ ਪਈ ਹੋਈ ਹੈ, ਮਾਫ ਕਰਨਾ, ਕਿ ਅਸੀਂ ਗੁਰਪ੍ਰਸਾਦ ਤੋਂ ਬਾਅਦ ਤੁਸੀਂ ਵੀ ਸੱਚ ਤੱਕ ਬ੍ਰੇਕ ਲਗਾਉਂਦੇ ਆ ਤੇ ਫਿਰ ਅਸੀਂ ਹੱਸ ਕੇ ਕਹਿ ਦਿੰਦੇ ਸਾਨੂੰ ਆਦਤ ਪਈ ਹੋਈ। ਪਰ ਜਦੋਂ ਦੁਨਿਆਵੀ ਪੱਖ ਚਾਹੁੰਦੇ ਆ ਤੇ ਜਿਹੜਾ ਸਟਾਪ ਸਾਈਨ ਸਾਡੀ ਦੇਖਦੇ ਦੇਖਦੇ ਲੱਗਾ ਹੈ, ਜਿਹੜੀ ਸੜਕ ਤੋਂ ਅਸੀਂ ਜਾਂਦੇ ਸੀ ਉੱਥੇ ਸਟਾਪ ਸਾਈਨ ਲੱਗ ਗਿਆ, ਇੱਕ ਅੱਧੀ ਵਾਰੀ ਸਾਨੂੰ ਟਿਕਟ ਮਿਲ ਗਈ ਹੈ, ਮੁੜ ਕੇ ਨਹੀਂ ਅਸੀਂ ਟਿਕਟ ਲਈ ਉੱਥੇ, ਅਸੀਂ ਸਟਾਪ ਸਾਈਨ ਪਾਉਣਾ ਸ਼ੁਰੂ ਕਰਤਾ, ਬ੍ਰੇਕ ਮਾਰ ਕੇ ਜਾਓ ਬਾਈ, ਵੀ ਟੋਲਡ ਆਰਸੈਲਵਸ। ਪਰ ਇੱਥੇ ਅਸੀਂ ਨਹੀਂ ਬੋਲਦੇ। ਅਸੀਂ ਆਪਣੇ ਅੰਦਰ ਝਾਤ ਮਾਰਨੀ ਹੈ ਕਿ ਜਪ ਜੀ ਮੇਰੇ ਲਈ ਹੈ ਤੇ ਹਾਊ ਮਚ ਬੈਨੀਫਿਟ ਆਈ ਐਮ ਗੈਟਿੰਗ ਫਰੋਮ ਇਟ। ਇੱਕ ਗੱਲ ਦੀ ਸਾਨੂੰ ਸਮਝ ਆਈ ਹੈ ਕਿ ਬਾਣੀ ਸਾਰੀ ਦੀ ਸਾਰੀ ਪੜ੍ਹਨ ਦੇ ਲਈ ਨਹੀਂ ਹੈ, ਸਿਰਫ ਪੜ੍ਹਨ ਦੇ ਲਈ ਨਹੀਂ ਹੈ, ਪੜ੍ਹ ਕੇ ਆਪਣੇ ਮਨ ਦੇ ਅੰਦਰ ਤਬਦੀਲੀ ਲਿਆਉਣ ਲਈ ਹੈ। ਜੇ ਮੈਂ ਅੰਦਰ ਕੋਈ ਚੇਂਜ ਨਹੀਂ ਆਇਆ ਤੇ ਬੇਕਾਰ ਹੈ। ਮੇਰਾ ਪੜ੍ਹਨਾ ਸਾਰੀ ਉਮਰ ਹੋ ਗਈ, ਕਿਸੇ ਕੰਮ ਨਹੀਂ ਆਣਾ। ਕਿਉਂ? ਕਿ ਤਨ ਦੇ ਤਲ ਤੇ ਮੈਂ ਗੱਲ ਕਰੀ ਜਾ ਰਿਹਾ, ਪੜ੍ਹੀ ਜਾ ਰਿਹਾ, ਪਰ ਮਨ ਦੇ ਤਲ ਤੇ ਤਾਂ ਬਾਣੀ ਵੱਜੀ ਕੋਈ ਨਹੀਂ। ਸੋ ਇਹ ਅਸੀਂ ਖਿਆਲ ਰੱਖ ਕੇ, ਪਾਤਸ਼ਾਹ ਕਹਿੰਦੇ ਨੇ ਇੱਕ ਓੰਕਾਰ, ਇੱਕ ਰੱਬ। ਗੁਰੂ ਸਾਹਿਬ ਨੇ ਕਮਾਲ ਦੀ ਗੱਲ ਇਹ ਕੀਤੀ ਕਿ ਇੱਕ ਨੂੰ ਨੰਬਰਸ ਦੇ ਵਿੱਚ ਲਿਖਿਆ। ਬੜੀ ਅਜਾਬਤ ਹੈ ਕਿ ਈਡੀ ਤੇ ਕੱਕਾ ਵੀ ਲਿਖਿਆ ਜਾ ਸਕਦਾ ਸੀ। ਸੋ ਵੀ ਹੈਵ ਟੂ ਅੰਡਰਸਟੈਂਡ ਦੈਟ ਕਿ ਇਹ ਇੱਕ ਇਸ ਕਰਕੇ ਪਾਇਆ ਕਿ ਨੰਬਰਸ ਹੈ। ਨੰਬਰਸ ਕਦੀ ਵੀ ਚੇਂਜ ਨਹੀਂ ਹੁੰਦੇ। ਜਿਹੜਾ ਹਿੰਦਸਾ ਹੈ ਵਰਡ ਹੈ, ਉਹਦਾ ਮਹਿਣਾ ਕਿਸੇ ਹੋਰ ਭਾਸ਼ਾ 'ਚ ਕੁਝ ਹੋਰ ਹੋ ਸਕਦਾ ਹੈ, ਪਰ ਨੰਬਰਸ ਨਹੀਂ ਬਦਲਦੇ। ਇਸ ਕਰਕੇ ਕਨਫਾਰਮਿਟੀ ਦੇ ਲਈ ਔਰ ਟੋਟਲ ਕਨਵਿਕਸ਼ਨ ਤੱਕ ਜਾਣ ਦੇ ਲਈ ਇੱਕ ਕਹਿ ਕੇ ਕਿਹਾ ਓਂਕਾਰ। ਖਿਆਲ ਕਰੀਏ ਉਸ ਵੇਲੇ ਦੇ ਜੋਗੀਆਂ ਦੇ ਆਪਣੇ ਫਿਰਕੇ, ਉਹਨਾਂ ਦਾ ਆਪਣਾ ਰੱਬ। ਇਸਲਾਮ ਦੇ ਵਿੱਚ ਹੈਗੇ ਤੇ ਸਾਡੇ ਨਾਲ ਮਿਲਦੇ ਜੁਲਦੇ ਸਨ, ਪਰ ਨਾਲ ਉਹ ਕਹਿੰਦੇ ਸਨ ਵੀ ਸਿਰਫ ਮਸੀਤ ਵਿੱਚ ਹੈ, ਮੱਕੇ ਦੇ ਵਿੱਚ, ਤੇ ਉਹ ਸਾਡਾ ਹੈਗਾ ਭਈ ਇੱਕੋ ਥਾਂ ਤੇ ਰੱਬ। ਅੱਲਾ ਏਕ ਮਸੀਤ ਬਸਤ ਹੈ, ਸਾਡੀ ਬਾਣੀ ਚ ਮਾਲਕ ਨੇ ਕਿਹਾ, ਅਵਰ ਮੁਲਕ ਕਿਸ ਕੇਰਾ। ਵੀ ਤੁਸੀਂ ਕਹਿੰਦੇ ਹੋ ਕਿ ਅੱਲਾ ਜਿਹੜਾ ਮਸੀਤ ਦੇ ਵਿੱਚ ਹੈ ਤੇ ਬਾਕੀ ਕਿੱਥੇ ਹੈ। ਸੋ ਅਸੀਂ ਜਦੋਂ ਕਦੀ ਕਿਸੇ ਮੁਸਲਮਾਨ ਦੇ ਨਾਲ, ਸਕਾਲਰ ਦੇ ਨਾਲ ਗੱਲ ਕੀਤੀ, ਉਹ ਕਹਿੰਦਾ ਜੀ ਅਸੀਂ ਤੇ ਸਾਡਾ ਤੁਹਾਡਾ ਧਰਮ ਜਿਹੜਾ ਨਾ, ਬਿਲੀਫ ਜਿਹੜਾ ਹਮਤਰਾ ਹੈ। ਹਮਤਰਾ ਮੀਨ ਇੱਕੋ ਜਿਹਾ ਹੈ, ਸਿਮਿਲਰ ਹੈ, ਕਿਉਂਕਿ ਅਸੀਂ ਵੀ ਬੁੱਤ ਸ਼ਿਕਨ ਆ, ਤੁਸੀਂ ਵੀ ਬੁੱਤ ਸ਼ਿਕਨ। ਵੀ ਅਸੀਂ ਵੀ ਬੁੱਤ ਨੂੰ ਨਹੀਂ ਪੂਜਦੇ, ਤੁਸੀਂ ਵੀ ਨਹੀਂ ਪੂਜਦੇ, ਪਰ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਨਹੀਂ, ਤੁਸੀਂ ਇਹ ਕਹਿੰਦੇ ਹੋ ਵੀ ਸਿਰਫ ਕਾਬੇ ਦੇ ਵਿੱਚ ਹੈ ਅੱਲਾ, ਅਸੀਂ ਕਹਿੰਦੇ ਹਾਂ ਸਾਰੀਆਂ ਥਾਵਾਂ ਤੇ ਹੈ। ਔਰ ਸਾਡੀ ਬਾਣੀ ਤੇ ਭਰੀ ਪਈ ਹੈ, ਗੁਰੂ ਸਾਹਿਬ ਨੇ ਭਰਿਆ ਹੋਇਆ ਸਾਰਾ। ਵੀ ਅਵਲ ਅਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ, ਕੌਣ ਭਰੇ ਕੋ ਮੰਦੇ। ਲੋਕਾਂ ਭਰਮ ਨਾ ਭੂਲੋ ਭਾਈ।
ਕਿਉਂਕਿ ਰੱਬ ਤੇ ਜਿਹੜਾ ਖਲਕ ਦੇ ਵਿੱਚ ਹੈ। ਤੁਸੀਂ ਕਹਿੰਦੇ ਹੋ ਕਿ ਨਹੀਂ, ਖਲਕਤ ਜਿਹੜੀ ਹੈ ਉਹ ਕਬਰਾਂ ਦੇ ਵਿੱਚ ਸੋਏਗੀ ਜਾ ਕੇ, ਤੇ ਫਿਰ ਜਾ ਕੇ ਸੋ ਆਨ ਐਂਡ ਸੋ ਫੋਰਥ। ਫਿਰ ਇੱਕ ਓੰਕਾਰ ਜਦੋਂ ਮਾਲਕ ਨੇ ਕਿਹਾ, ਤੇ ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਏ, ਕਰ ਆਸਨ ਡਿਠੋ ਚਾਓ। ਲੱਕੜੀ ਮੇਰੇ ਘਰ 'ਚ ਇੱਕ ਸ਼ੀਟ ਮੈਂ ਲੈ ਆਣਾ ਹੋਮ ਡੀਪੋ ਤੋਂ, ਉਸ ਸ਼ੀਟ ਦੇ ਨਾਲ ਮੈਂ ਕਬਰਡਸ ਬਣਾ ਸਕਦਾ, ਮੈਂ ਸ਼ੈਲਵਸ ਬਣਾ ਸਕਦਾ। ਜੇ ਮੈਨੂੰ ਸਮਝ ਹੋਵੇ ਤੇ ਮੈਂ ਉਹਨੂੰ ਕਿਸੇ ਵੀ ਸ਼ੇਪ ਦੇ ਵਿੱਚ ਯੂਜ਼ ਕਰ ਸਕਦਾ। ਜਿੰਨਾ ਕੁਝ ਵੀ ਵੁਡਨ ਫਰਨੀਚਰ ਹੈ ਉਹ ਮੈਂ ਉਸ ਸ਼ੀਟ ਤੋਂ ਬਣਾ ਸਕਦਾ। ਲੱਕੜੀ ਇੱਕ ਹੈ, ਉਹਦੇ ਰੂਪ ਕਈ ਨੇ। ਏਕ ਰੂਪ ਮੈਂ ਤੇਰਾ ਦੇਖਿਆ, ਜੋ ਸਭਨਾ ਮਾਹਿਰ ਰਵੰਤਾ। ਪਾਤਸ਼ਾਹ ਕਹਿੰਦੇ ਨੇ ਬਾਣੀ 'ਚ। ਸੋ ਰੱਬ ਇੱਕ ਹੈ, ਇਹ ਮੇਰੇ ਇਜ਼ਮ ਦੀ ਸਭ ਤੋਂ ਪਹਿਲੀ ਗੱਲ। ਹੁਣ ਜੇ ਇੱਕ ਹੈ ਤੇ ਮੈਂ ਫਿਰ ਕਦੋਂ ਕਹਿਣਾ ਵਾਂ ਤੇ ਕਿਉਂ ਕਹਿਣਾ ਵਾਂ ਕਿ ਦੇਖੋ ਜੀ, ਹਰਜ਼ ਤੇ ਕੋਈ ਨਹੀਂ ਨਾ। ਮੈਂ ਉੱਥੇ ਚਲਾ ਗਿਆ, ਮੈਂ ਉੱਥੇ ਚਲੀ ਗਈ ਹਾਂ, ਮੈਂ ਉੱਥੇ ਚਲਾ ਗਿਆ। ਉਹ ਮਾਤਾ ਦਾ ਭਜਨ ਕਰਦੇ ਸੀ ਜਾਂ ਉਹ ਆਰਤੀ ਕਰਦੇ ਸੀ, ਓਮ ਜੈ ਜਗਦੀਸ਼। ਮੇਰਾ ਬਿਲੀਫ ਤੇ ਮੇਰੇ ਨਾਲ ਹੈ ਨਾ, ਪਰ ਫਰੈਂਡਸ ਦੇ ਨਾਲ ਜਾਣਾ ਤੇ ਠੀਕ ਹੈ ਨਾ। ਤੇ ਮੈਂ ਟਿੱਕਾ ਲਵਾ ਲਿਆ ਤੇ ਫਿਰ ਕੀ ਹੋ ਗਿਆ? ਮਤਲਬ ਡਿਵੀਏਸ਼ਨ। ਪਰ ਜਦੋਂ ਮੈਂ ਗੁਰੂ ਨਾਨਕ ਨੂੰ ਦੇਖਦਾ, ਜਗਨਨਾਥ 'ਚ ਗਿਆ, ਜਿੱਥੇ ਜਿੱਥੇ ਵੀ ਗਿਆ, ਹਰਿਦੁਆਰ ਗਿਆ, he didn't follow, he made others follow him. ਮੈਨੂੰ ਦੇਖਣਾ ਪੈਂਦਾ ਹੈ ਕਿ ਮੈਂ ਕਿੰਨਾ ਕੁ ਫਲੈਕਸੀਬਲ ਹਾਂ, ਕਿੰਨਾ ਕੁ ਪੋਸਟ ਮਾਡਰਨਿਜ਼ਮ ਦੇ ਵਿੱਚ ਮੈਂ ਜੀਣਾ ਚਾਹ ਰਿਹਾ ਜਾਂ ਜੀ ਰਿਹਾ, ਕਿ ਮੈਂ ਆਪਣੀ ਫਿਲਾਸਫੀ ਨੂੰ ਮੈਂ ਕੀ ਛੱਡਦਾ। ਜਦੋਂ ਮੈਂ ਕਹਾਂਗਾ ਛੱਡਦਾ ਤੇ ਮੈਂ ਕਹਾਂਗਾ ਨੋ, ਮੈਂ ਤਾਂ ਨਹੀਂ ਛੱਡਦਾ, ਮੈਂ ਤੇ ਆਈ ਐਮ ਵੈਰੀ ਕੱਟੜ, ਆਈ ਐਮ ਵੈਰੀ ਫਰਮ। ਤੇ ਫਿਰ ਵਾਟ ਇਜ਼ ਦੈਟ? ਜੇ ਮੈਨੂੰ ਕੋਈ ਦੇਖ ਰਿਹਾ ਬਾਈ ਸਟੈਂਡਰ, ਉਹ ਕੀ ਕਹੇਗਾ? ਇਹ ਕੀ ਕਰਨ ਗਿਆ ਸੀ? ਇਹ ਮੈਨੂੰ ਸੋਚਣਾ ਪਏਗਾ ਕਿ ਮੇਰੇ ਗੁਰੂ ਨਾਨਕ ਨੇ ਮੈਨੂੰ ਜੋ ਦਿੱਤੀ ਹੈ, ਉਹਨੂੰ ਮੈਂ ਟੋਟੈਲਿਟੀ ਦੇ ਵਿੱਚ ਰਿਸੀਵ ਕਰਕੇ ਐਬਜ਼ੌਰਬ ਕਰ ਰਿਹਾ, ਇੱਕ, ਤੇ ਉਸ ਤੋਂ ਬਾਅਦ ਉਹਨੂੰ ਇੰਪਲੀਕੇਟ ਕਰ ਰਿਹਾ। ਸਤਨਾਮ। ਜਦੋਂ ਅਸੀਂ ਇਹਨੂੰ ਪੜ੍ਹਨਾ ਹੈ ਤੇ ਅਸੀਂ ਇਹਨੂੰ ਪੜ੍ਹਨਾ ਹੈ ਸਤਨਾਮ, ਹਲਕਾ ਜਿਹਾ ਅਲਪ ਵਿਸ਼ਰਾਮ ਦੇ ਕੇ। ਇਹ 9 ਐਟਰੀਬਿਊਟਸ ਨੇ ਮੇਰੇ ਮਾਲਕ ਦੇ, ਔਰ ਗੁਰੂ ਸਾਹਿਬ ਨੇ ਸ਼ੁਰੂਆਤ ਹੀ ਇੱਥੋਂ ਕੀਤੀ ਹੈ ਕਿ ਤੂੰ ਇਹਨੂੰ ਇਨਕਲਕੇਟ ਕਰ। ਤੂੰ ਇਹ ਰੱਬ ਜੀ ਦੇ ਗੁਣ ਨੇ, ਇਹਨਾਂ ਨੂੰ ਤੂੰ ਆਪਣੇ ਅੰਦਰ ਵਸਾ, ਆਪਣੇ ਅੰਦਰ ਧਾਰਨ ਕਰ। ਪਹਿਲੇ ਤਸਾ, ਜ਼ਬਰਦਸਤੀ ਇੰਜੈਕਟ, ਫਿਰ ਵਸਾ, ਫਿਰ ਇਹ ਵਸ ਜਾਏਗਾ ਤੇਰੇ ਅੰਦਰ, ਤੇ ਫਿਰ ਰਸਾ, ਫਿਰ ਇਹ ਰਸ ਜਾਏਗਾ। ਤਸਨਾ, ਵਸਨਾ ਤੇ ਰਸਨਾ, ਇਹ ਜ਼ਰੂਰੀ ਹੈ ਮੇਰੇ ਲਈ ਸਮਝਣ ਦਾ। ਫਿਰ ਹੁਣ ਨਾਮ ਤੇਰਾ ਸੱਚ ਹੈ। ਸਤ ਦਾ ਮਤਲਬ ਸਦੀਵੀ, ਪਰਮਾਨੈਂਟ, ਇਟਰਨਲ, ਰੱਬ ਜੀ ਦਾ ਨਾਮ। ਹੁਣ ਉਹ ਕਿਹੜਾ ਨਾਮ ਹੈ? ਅੱਜ ਦੀ ਡੇਟ ਦੇ ਵਿੱਚ ਕਿਸੇ ਸਿੱਖ ਨੂੰ ਪੁੱਛੀਏ ਵੀ ਤੇਰਾ, ਤੁਹਾਡੇ ਸਿੱਖਾਂ ਦੇ ਵਿੱਚ ਨਾਮ ਕੀ ਹੈ ਰੱਬ ਜੀ ਦਾ, ਉਹ ਕਹਿੰਦਾ ਜੀ ਵਾਹਿਗੁਰੂ। ਦਿੱਕਤ ਮੇਰੀ ਇਹ ਹੋ ਜਾਂਦੀ ਹੈ ਕਿ ਮੈਂ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਨਹੀਂ ਹੋਇਆ। 5ਵੇਂ ਪਾਤਸ਼ਾਹ ਤੱਕ, ਭੱਟਾਂ ਦੇ ਸੋਈਆਂ ਤੋਂ ਪਹਿਲੇ, ਤੇ ਇਹ ਨਾਮ ਸਾਡੀ ਸਿੱਖੀ ਦੀ ਥਿਓਲੋਜੀ ਦੇ ਵਿੱਚ ਹੈ ਹੀ ਨਹੀਂ ਸੀ। ਭੱਟਾਂ ਨੇ ਯੂਜ਼ ਕੀਤਾ, ਤੇ ਉਸ ਤੋਂ ਬਾਅਦ ਵੀ ਕਿਸੇ ਸਤਿਗੁਰ ਨੇ, 9ਵੇਂ ਪਾਤਸ਼ਾਹ ਨੇ
ਇਸ ਨਾਮ ਨੂੰ ਯੂਜ਼ ਹੀ ਨਹੀਂ ਕੀਤਾ, ਤੇ ਮੈਂ ਫਿਰ ਵੀ ਕਹਿਣਾ ਕਿ ਮੇਰਾ ਨਾਮ ਹੈ, ਕਿਉਂਕਿ ਮੈਂ ਬਾਣੀ ਪੜ੍ਹੀ ਨਹੀਂ ਹੈ। ਪਾਤਸ਼ਾਹ ਕਹਿੰਦੇ ਨੇ ਕੀਰਤਨ ਨਾਮ ਕਥੇ ਤੇਰੇ ਜੇਵਾ, ਸਤਨਾਮ ਤੇਰਾ ਪਰਾਪੂਰਬਲਾ। ਫਿਰ ਸਤ ਜਿਹੜਾ ਹਮੇਸ਼ਾ ਕਾਇਮ ਹੈ, ਜਿਸ ਤਰ੍ਹਾਂ ਦੁੱਧ ਦੇ ਕਈ ਰੂਪ ਨੇ। ਮੱਝ ਤੋਂ ਦੁੱਧ ਚੋਇਆ, ਅਸੀਂ ਡੇਰੀ ਦੀ ਆਇਲ ਚ ਗਏ ਆ, ਸਟੋਰ ਚ, ਕਿਧਰੇ ਕਾਟੇਜ ਚੀਜ਼ ਪਿਆ, ਕਿਧਰੇ ਵਿਪਿੰਗ ਕਰੀਮ ਪਈ ਹੈ, ਕਿਧਰੇ ਯੋਗਰਟ ਪਿਆ, ਕਿਧਰੇ ਚੀਜ਼ ਪਿਆ। ਸ਼ਕਲਾਂ ਪਛਾਣ ਅਲੱਗ-ਅਲੱਗ, ਪਰ ਕੰਟੈਂਟਸ ਦੇ ਵਿੱਚ ਦੁੱਧ। ਇਸੇ ਤਰ੍ਹਾਂ ਮਾਲਕ ਨੇ ਸਾਰੇ ਇੱਕ ਓੰਕਾਰ ਸਾਰਾ ਸੰਸਾਰ ਬਣਾ ਕੇ ਤੁਧ ਸੰਸਾਰ ਉਪਾਇਆ, ਸਿਰੇ ਸਿਰ ਧੰਦੇ ਲਾਇਆ। ਦੇਖੇ ਕੀਤਾ ਆਪਣਾ, ਕਰ ਕੁਦਰਤ ਪਾਸਾ ਟਾਲ ਜੀ। ਪਰ ਸਾਰਿਆਂ ਦੇ ਵਿੱਚ ਉਹ ਬੈਠਾ, ਆਪ ਆ ਕੇ ਬਹਿ ਗਏ। ਕਰ ਆਸਨ ਡਿਠੋ ਚਾਓ, ਜਿਸ ਤਰ੍ਹਾਂ ਆਸਣ ਲੋਏ ਲੋਏ ਭੰਡਾਰ। ਜਿੱਦਾਂ ਹੁਣ ਪਾਤਸ਼ਾਹ ਕਹਿੰਦੇ ਨੇ ਗੁਰਬਾਣੀ ਚ, ਜੀਵਤ ਪੇਖੇ ਰਹਿ ਨਾ ਪਾਵੇਂ ਸੁਰ ਨਰ ਦੇਵਾ ਹੈ ਨਾ ਜਿਹੜਾ ਸ਼ਬਦ, ਉਹਦੇ ਚ ਕਹਿੰਦੇ ਨੇ ਜੀਵਤ ਪੇਖੇ ਜਿਨੀ ਧਿਆਇਆ। ਕਮਾਲ ਹੋ ਗਈ, ਇੰਨੀ ਵੱਡੀ ਗੱਲ ਵੀ ਹੈ। ਫਿਰ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ ਸਤ, ਕਾਇਮ, always, constant, eternal। ਮੈਂ ਇੱਕ ਓਂਕਾਰ ਕਹਿਣਾ ਹੈ, ਤੇ ਮੈਂ ਇਹ ਦੇਖਣਾ ਹੈ ਕਿ ਕੀ ਮੈਂ ਇੱਕ ਓਂਕਾਰ ਨੂੰ ਆਪਣੇ ਅੰਦਰ ਵਸਾਇਆ, ਕੀ ਮੈਂ ਇੱਕ ਓਂਕਾਰ ਦੇ ਜਿਹੜੇ ਗੁਣ ਨੇ ਆਪਣੇ ਅੰਦਰ ਲਿਆਂਦੇ ਨੇ। ਕਿਉਂਕਿ ਮੇਰਾ ਗੋਲ ਜਿਹੜਾ ਹੈ, ਜਿਸ ਸਰਕਾਰ ਸਿੰਘ ਜੀ ਹੁਣੇ ਗੱਲ ਕਰ ਰਹੇ ਸਨ, ਸਚਿਆਰ ਬਣਨ ਦੇ ਲਈ, ਮੈਨੂੰ ਮੇਰਾ ਗੋਲ ਅਚੀਵ ਕਰਨ ਦੇ ਲਈ ਇਹ ਜ਼ਰੂਰੀ ਹੈ ਕਿ ਮੈਂ ਸਚਿਆਰ ਵਾਲੇ ਗੁਣ ਆਪਣੇ ਅੰਦਰ ਲਿਆਵਾਂ। ਨਾ ਮੈਂ ਸਾਓ ਨਹੀਂ ਕਰਨੇ, ਗੁਣ ਪ੍ਰਗਟ ਕਰਨੇ ਨੇ। ਫਰਕ ਹੈ। ਦੁੱਧ ਹੈਗਾ, ਦੁੱਧ ਦਾ ਦੂਸਰਾ ਰੂਪ ਜਿਹੜਾ ਮੈਂ ਪ੍ਰਗਟ ਕਰਨਾ, ਦਹੀਂ ਬਣਾਉਣਾ, ਚੀਜ਼ ਬਣਾਉਣਾ, ਐਗਜ਼ਿਸਟ ਕਰ ਰਿਹਾ ਆਲਰੇਡੀ। ਇਸੇ ਤਰ੍ਹਾਂ ਸਾਡੇ ਅੰਦਰ ਰੱਬ ਜੀ ਹੈ। ਜਿਸ ਤਰ੍ਹਾਂ ਆਪਾਂ ਪਹਿਲੀ ਆਸਾ ਦੀ ਵਾਰ ਦੀ ਪੌੜੀ ਚ ਕਹਿੰਦੇ ਆ ਨਾ, ਭਈ ਦੁਈ ਕੁਦਰ ਸਾਜੀ ਕਰ ਆਸਣ ਡਿਠੋ ਚਾਓ, ਉਹ ਬੈਠਾ ਮੇਰੇ ਅੰਦਰ। ਉਹ ਵੱਖਰੀ ਗੱਲ ਹੈ, ਮੈਨੂੰ ਨਜ਼ਰ ਨਹੀਂ ਆਉਂਦਾ, ਕੋਈ ਗੱਲ ਨਹੀਂ, ਪਰ ਮੈਂ ਉਹਨੂੰ ਪ੍ਰਗਟ ਕਿਵੇਂ ਕਰਾਂ, ਇਹ ਮੈਂ ਸੋਚਣਾ ਹੈ ਨਾ। ਫਿਰ ਉਹ ਇੱਕ ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਭਗਤ ਜੀ ਦਾ ਕਿਸੇ ਦਾ ਸ਼ਬਦ ਹੈ। ਸੂਤ ਏਕ ਮਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ। ਕਹਿੰਦੇ ਧਾਗਾ ਇੱਕ ਹੈ, ਉਹਦੀਆਂ ਮੋਤੀ ਜਿਹੜੇ, ਜਿਸ ਤਰ੍ਹਾਂ ਮਾਲਾ ਦੇ ਮਣਕੇ ਨੇ, ਉਹ ਹਜ਼ਾਰਾਂ ਨੇ, ਪਰ ਕਹਿੰਦੇ ਧਾਗਾ ਇੱਕੋ ਹੀ ਹੈ, ਇੱਕੋ ਹੀ ਧਾਗਾ ਸਾਰਿਆਂ ਚ। ਇਸੇ ਤਰ੍ਹਾਂ ਮੋਤੀ ਕੋਈ ਕਾਣਾ ਹੈ, ਕੋਈ ਲੂਲਾ ਹੈ, ਕੋਈ ਲੰਗੜਾ ਹੈ, ਕੋਈ ਮੋਟਾ ਹੈ, ਕੋਈ ਚੋਰ ਹੈ, ਕੋਈ ਚਤਰ ਹੈ, ਕੋਈ ਭਗਤ ਹੈ, ਕੋਈ ਮਨਮੁਖ ਹੈ, ਕੋਈ ਗੁਰਮੁਖ ਹੈ, ਹੈਗਾ ਸਾਰਿਆਂ ਚ ਤੇਰਾ ਰੂਪ। ਪ੍ਰੋਬਲਮ ਕੀ ਹੋਈ ਹੈ ਕਿ ਮਨਮੁਖ ਨੇ ਤੈਨੂੰ ਇਗਨੋਰ ਕਰ ਦਿੱਤਾ, ਤੇ ਗੁਰਮੁਖ ਨੇ ਤੈਨੂੰ ਧਿਆਨ ਦੇ ਵਿੱਚ ਰੱਖਿਆ ਹੋਇਆ। ਬੜਾ ਅਹਿਮ ਸਵਾਲ ਹੈ ਸਾਡਾ
ਜਿਹੜੀ ਗੁਰੂ ਦੀ ਫਿਲਾਸਫੀ ਹੈ, ਜਿਹੜਾ ਗੁਰੂ ਦਾ ਇਜ਼ਮ ਹੈ, ਉਹਦੇ ਅਕੋਰਡਿੰਗਲੀ ਜੇ ਮੈਂ ਉਹਦੀ ਐਨਕ ਲਾ ਲਵਾਂ ਤੇ ਮੇਰੇ ਕੋਲ ਨਾ ਕੋ ਬੈਰੀ ਨਾ ਹੀ ਬਗਾਨਾ ਕਿਉਂ ਨਹੀਂ ਹੋਇਆ ਅੱਜ ਤੱਕ। ਅਸੀਂ ਕਹਿੰਦੇ ਜੀ ਨਹੀਂ ਸਾਨੂੰ ਕੰਡੀਸ਼ਨ ਸੀਗੀ, ਅਸੀਂ ਵੀ ਵਰ ਬ੍ਰੌਟ ਅਪ ਲਾਈਕ ਦੈਟ। ਨੋ, ਅਸੀਂ ਕਦੀ ਗੁਰੂ ਦੀ ਐਨਕ ਦੇ ਨਾਲ ਦੇਖਿਆ ਹੀ ਨਹੀਂ ਗੁਰਬਾਣੀ ਨੂੰ। ਪਾਤਸ਼ਾਹ ਕਹਿੰਦਾ ਹੈ ਕਿ ਵਿਸਰ ਗਈ ਸਭ ਤਾਤ ਭਰਾਈ, ਜਬ ਤੇ ਸਾਧ ਸੰਗਤ ਮੋਹ ਪਾਏ। ਤੇ ਮੈਂ ਇਹਨੂੰ ਆਪਣੇ ਚੈੱਕ ਮਾਰਕ ਕਰਾਣਾ ਕਿ ਕਿਉਂ ਨਹੀਂ, ਮੈਨੂੰ ਕਿਉਂ ਨਹੀਂ ਵਿਸਰੀ, ਮੈਨੂੰ ਕੀ ਪ੍ਰੋਬਲਮ ਸੀ। ਸੰਗਤ ਤੇ ਮੈਂ ਤੇ ਸਭ ਤੋਂ ਜ਼ਿਆਦਾ ਸੰਗਤ ਕੀਤੀ ਹੈ। ਸੰਗਤ ਦੇ ਮੈਂ ਪਰਛੇ ਲਾਤੇ, ਪਰ ਮੈਨੂੰ ਸਮਝ ਨਹੀਂ ਆਈ। ਮੈਨੂੰ ਕਿਉਂ ਨਹੀਂ ਸਮਝ ਆਇਆ ਸਭੇ ਘਟ ਰਾਮ ਬੋਲੇ ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ। ਘਟ ਘਟ ਮੈਂ ਹਾਰ ਜੂ ਬਸੈ ਸੰਤਨ ਕਹਿਓ ਪੁਕਾਰ। ਕਿਉਂ? ਜੇ ਮੈਨੂੰ ਉਹ ਨਜ਼ਰ ਆਵੇ ਤੇ ਫਿਰ ਜਿਧਰ ਦੇਖਤਾ ਹੂੰ ਉਧਰ ਤੂੰ ਹੀ ਤੂੰ ਹੈ, ਤੇ ਫਿਰ ਮੈਂ ਉਹਦੇ ਤੋਂ ਡਰਾਂ ਨਾ। ਭਗਤ ਜਿਹੜੇ ਭਾਈ ਲਹਿਣਾ ਜੀ ਨੇ ਕੀ ਕੀਤਾ ਹੋਏਗਾ, ਜੇ ਆਪਾਂ ਸੋਚੀਏ ਕੀ ਲੱਭਿਆ ਹੋਏਗਾ। ਕਿ ਗੁਰ ਕਹੇ ਸੁਕਾਰ। ਆਪਾਂ ਇੱਕੋ ਫੈਂਸ ਦੀ 3 ਲਾਈਨਾਂ ਰੱਖੀਆਂ ਸੀ, ਇਹ ਤਮਾਰਕ ਚੱਲੇ ਭਾਈ ਜਿਹੜੇ, ਗੁਰ ਕਹੇ ਸੁਕਾਰ ਕਮਾਏ, ਤੇ ਅੱਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਵ। ਇਹ 3 ਚੀਜ਼ਾਂ ਕੀਤੀਆਂ ਹੋਣਗੀਆਂ ਜ਼ਰੂਰ। ਨਾ ਕਿਸੇ ਵੱਲ ਇਨਕਲਾਈਨੇਸ਼ਨ ਹੋਏਗੀ, ਨਾ ਆਪਣੀ ਮਤ ਤੇ ਕੋਈ ਬਿਲੀਫ ਹੋਏਗਾ ਕਿ ਮੈਂ ਪੜ੍ਹਿਆ ਲਿਖਿਆ, ਮੈਂ ਸਿਆਣਾ, ਮੈਂ ਅਮੀਰ ਹਾਂ, ਤੇ ਚਾਹ ਹੋਏਗਾ ਕਿ ਮੈਂ ਇਸ ਰਾਹ ਤੇ ਤੁਰ ਕੇ ਤੈਨੂੰ ਪਾਣਾ। ਕਰਤਾ ਪੁਰਖ, ਕਰਤਾ ਵੀ ਹੈ, ਆਪਾਂ ਇਹਦੀ ਗੱਲ ਬਹੁਤ ਵਾਰੀ ਕੀਤੀ ਹੋਈ ਹੈ, ਪੁਰਖ ਵੀ ਹੈ। ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਪ੍ਰੋਡਿਊਸਰ ਹੈ ਜੋ ਸਾਡੀ ਦੁਨੀਆ ਦੇ ਵਿੱਚ ਹੈ। ਪਰ ਸਭ ਤੋਂ ਵਧੀਆ ਗੱਲ ਹੈ ਕਿ ਜੋ ਕੁਝ ਵੀ ਪ੍ਰੋਡਕਟ ਹੈ, ਉਹਦਾ ਪ੍ਰੋਡਿਊਸਰ, ਉਹਦਾ ਮੈਨੂਫੈਕਚਰਰ ਉੱਥੇ ਨਹੀਂ ਹੈਗਾ। ਹੀ ਇਜ਼ ਨਾਟ देयर ਪ੍ਰੈਜ਼ੈਂਟ। ਚੀਜ਼ ਐਗਜ਼ਿਸਟ ਕਰਦੀ ਹੈ, ਪਰ ਕਰਤਾ ਪੁਰਖ, ਕਿਉਂਕਿ ਰੱਬ ਇਹੋ ਜਿਹਾ ਪ੍ਰੋਡਿਊਸਰ ਹੈ, ਇਹੋ ਜਿਹਾ ਮੈਨੂਫੈਕਚਰਰ ਹੈ ਕਿ ਉਹ ਆਪਣੀ ਕਿਰਤ ਦੇ ਵਿੱਚ, ਉਹ ਆਪਣੀ ਪ੍ਰੋਡਕਟ ਦੇ ਵਿੱਚ ਬੈਠਾ ਹੈ, ਡਿਫਰੈਂਟ। ਇਸ ਕਰਕੇ ਅਸੀਂ ਕਹਿੰਦੇ ਘਟ ਘਟ ਮੈਂ ਹਰ ਜੂ, ਇਸ ਕਰਕੇ ਕਹਿੰਦੇ ਸਭੇ ਘਟ ਰਾਮ ਬੋਲੇ ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਨਿਰਭਉ, ਹੁਣ ਨਿਰਭਉ ਜਿਹੜਾ ਹੈ, ਨਿਰ ਤੇ ਭਉ, ਇਹ ਸਮਾਸੀ ਸ਼ਬਦ ਹੈ। ਨਿਰ ਤੇ ਭਉ, ਭਉ ਤੋਂ ਬਗੈਰ ਤੇ ਨਿਰਵੈਰ, ਇਹ ਦੋਵੇਂ ਸ਼ਬਦ ਇੱਕੋ ਜਿਹੇ ਕੁਆਲਿਟੀਜ਼ ਨੇ। ਡਰ ਕਿਹਦੇ ਤੋਂ? ਜੇ ਮੈਨੂੰ ਡਰਨਾ ਹੈ ਤੇ ਮੇਰੇ ਲਈ ਕੋਈ ਹੋਰ ਬੰਦਾ ਹੋਣਾ ਚਾਹੀਦਾ ਹੈ। ਜੇ ਮੈਨੂੰ ਵੈਰ ਹੈ ਤੇ ਕਿਸੇ ਦੇ ਨਾਲ ਵੈਰ ਹੋਣਾ ਚਾਹੀਦਾ। ਯਾਨੀ ਕਿ ਭਉ ਤੇ ਵੈਰ ਨੂੰ ਮੇਨਟੇਨ ਕਰਨ ਦੇ ਲਈ ਮੇਰੇ ਕੋਲ ਕਿਸੇ ਦੂਸਰੇ ਬੰਦੇ ਦੀ ਐਗਜ਼ਿਸਟੈਂਸ ਹੋਣੀ ਚਾਹੀਦੀ, ਪਰ ਜਿਹੜਾ ਹੈ ਹੀ ਇੱਕ, ਸੋ ਆਬਵੀਅਸਲੀ ਉਹਦਾ ਕੋਈ ਡਰ ਨਹੀਂ ਹੋਏਗਾ ਕਿਸੇ ਦਾ ਉਹਨੂੰ, ਤੇ ਉਹਦਾ ਕੋਈ ਵੈਰ ਹੀ ਨਹੀਂ ਹੈ। ਨਿਰਭਉ ਨਿਰਵੈਰ। ਫਿਰ ਉਹ ਇੱਕ ਥਾਂ ਤੇ ਹੁਣ ਇਹ ਜਿਹੜੀਆਂ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਇਹ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਉਹਦੇ ਗੁਣ ਦੱਸੇ ਨੇ, ਮੈਂ ਕਿੰਨੀ ਵਾਰੀ ਸੋਚਿਆ ਕਿ ਮੈਂ ਏਕ ਓੰਕਾਰ ਬਣਨਾ, ਮਤਲਬ ਰੱਬ ਨਹੀਂ ਬਣਨਾ, ਮੈਂ ਇੱਕ ਦੇ ਵਿੱਚ ਬਿਲੀਵ ਕਰਨਾ, ਵਨਨੈਸ ਚ। ਮੈਂ ਥਾਟ ਪ੍ਰੋਸੈਸ ਜੇ ਸੋਚਣਾ ਹੈ ਤੇ ਮੈਂ ਇੱਕ ਤਰ੍ਹਾਂ ਦਾ ਥਾਟਸ ਲੈਣੇ ਆ। ਸਤਨਾਮ, ਟਰੁਥ, ਕਾਇਮ, ਇਟਰਨਲ, ਕਦੋਂ ਮੈਂ ਸੋਚਿਆ? ਇਹ ਸਾਰੇ ਸਤਨਾਮ ਦਾ ਜਿਹੜਾ ਗੁਣ ਹੈ,
ਇੱਕ ਓਂਕਾਰ ਦਾ ਜਿਹੜਾ ਗੁਣ ਹੈ, ਕਰਤਾ ਪੁਰਖ ਦਾ ਜਿਹੜਾ ਗੁਣ ਹੈ, ਨਿਰਭਉ ਵਾਲਾ ਜਿਹੜਾ ਗੁਣ ਹੈ, ਨਿਰਵੈਰ ਵਾਲਾ ਜਿਹੜਾ, ਇਹ ਸਾਰੇ ਉਹਦੇ ਨਿਯਮ ਬਣ ਜਾਣਗੇ ਮੇਰੀ ਜ਼ਿੰਦਗੀ ਦੇ। ਸੋਚਿਆ ਮੈਂ ਕਦੇ ਕਿ ਜੇ ਮੈਂ ਨਿਰਭਉ ਬਣਨਾ ਹੈ, ਨਿਰਵੈਰ ਬਣਨਾ ਹੈ, ਤੇ ਫਿਰ ਪਾਤਸ਼ਾਹ ਕਹਿੰਦੇ ਨੇ ਰੋਸ ਨਾ ਕਾਹੂ ਸੰਗ ਕਰੋ ਆਪਣਾ ਆਪ ਵਿਚਾਰ। ਕਿਸੇ ਨਾਲ ਗੁੱਸਾ ਨਾ ਕਰ, ਆਪਣਾ ਆਪ ਵਿਚਾਰ। ਪਰ ਅਸੀਂ ਤੇ ਮਿੰਟ ਤੋਂ ਪਹਿਲੇ ਬਲੋ ਆਫ ਕਰ ਜਾਂਦੇ ਹਾਂ। ਰੋਸ ਨਾ ਕਾਹੂ ਸੰਗ, ਕਿਸੇ ਨਾਲ ਕੋਈ ਰੋਸ ਨਾ ਕਰੀ। ਤੂੰ ਏਦਾਂ ਕੀਤਾ, ਤੂੰ ਏਦਾਂ ਕਿਉਂ ਕੀਤਾ, ਤੂੰ ਏਦਾਂ ਕਿਉਂ ਨਹੀਂ ਕੀਤਾ, ਸਾਰੀ ਗੱਲ। ਹੁਣ ਮੈਂ ਇਹ ਸਾਰੇ ਗੁਣ ਆਪਣੇ ਅੰਦਰੋਂ ਕਿਵੇਂ ਪ੍ਰਗਟ ਕਰਾਂ? ਆਪਾਂ ਜਦੋਂ ਪੜ੍ਹਦੇ ਪਏ ਸੀ ਨਾ 12ਵਾਂ, ਉਹਦੇ ਚ ਇੱਕ ਗੱਲ ਆਈ ਸੀ, ਫਲਗੁਨ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ। ਪ੍ਰਗਟ ਹੋਏ, ਕਿਧਰੋਂ ਫੜ ਕੇ ਨਹੀਂ ਲਿਆਂਦੇ, ਕਿਧਰੋਂ ਖਰੀਦ ਕੇ ਨਹੀਂ ਲਿਆਣੇ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ। ਸੋ ਕੀ ਮੈਂ ਕਦੀ ਇਸ ਤਰ੍ਹਾਂ ਸੋਚਿਆ ਕਿ ਮੇਰੇ ਅੰਦਰੋਂ ਪ੍ਰਗਟ ਹੋਣੀ ਚਾਹੀਦੀ ਹੈ ਇਹ ਇਜ਼ਮ? ਤੇ ਮੈਂ ਕਹਿੰਦਾ ਕਿ ਮੈਂ ਇੱਕ ਵਾਰੀ ਫੇਰ ਸੁਣ ਲਵਾਂ, ਇੱਕ ਵਾਰੀ ਫੇਰ ਸਮਝ ਲਵਾਂ, ਚੰਗੀ ਤਰ੍ਹਾਂ ਸਮਝ ਲਵਾਂ। ਪਰ ਜਿਸ ਵੇਲੇ ਪ੍ਰਗਟ ਕਰਨ ਦੀ ਲੋੜ ਪੈਣੀ ਹੈ ਤੇ ਮੈਂ ਫੇਰ ਉੱਥੇ ਦਾ ਉੱਥੇ ਹੀ, ਕਿਉਂਕਿ ਉਧਰ ਮੇਰਾ ਧਿਆਨ ਨਹੀਂ ਹੈਗਾ। ਫਿਰ ਮੈਂ ਆਪਣੇ ਆਪ ਨੂੰ ਆਪ ਪੈਟ ਕਰ ਲੈਣਾ, ਚਲੋ ਮੈਨੂੰ ਥੋੜੀ ਜਿਹੀ ਤੇ ਸਮਝ ਆ ਗਈ ਹੈ, ਚੱਲ। ਸੋ ਆਈ ਹੈਵ ਟੂ ਥਿੰਕ ਅਬਾਊਟ ਦੈਟ। ਅਕਾਲ ਮੂਰਤ ਹੁਣ ਸਮੇਂ ਦੇ ਪ੍ਰਭਾਵ ਤੋਂ ਪਰੇ ਹੈ। ਅਕਾਲ, ਉਹ ਹਸਤੀ ਜਿਹੜੀ ਹੈ ਅਕਾਲ ਹੈ। ਮੈਂ ਬੱਚਾ ਸੀ, ਫਿਰ ਵੱਡਾ ਹੋ ਗਿਆ, ਹੁਣ ਬੁੱਢਾ ਹੋ ਗਿਆ, ਮਰ ਜਾਣਾ। ਪਰ ਰੱਬ ਜੀ ਨਾ ਉਹ ਬੁੱਢਾ ਨਾ ਉਹ ਬਾਲਾ, ਇੱਕ ਲਗਾਤਾਰਤਾ ਹੈ ਉਹਦੇ ਲਈ। ਹੁਣ ਅਕਾਲ ਮੂਰਤ ਸਮੇਂ ਦੇ ਪ੍ਰਭਾਵ ਤੋਂ ਪਰੇ ਹੈ। ਮੈਂ ਕਦੋਂ ਸਮੇਂ ਦੇ ਪ੍ਰਭਾਵ ਤੋਂ ਪਰੇ ਹੋਇਆ? ਮੈਨੂੰ ਕੋਈ ਗੱਲ ਕਹਿ ਦਿੰਦਾ ਤੇ ਮੈਨੂੰ ਅੱਗ ਲੱਗ ਜਾਂਦੀ ਹੈ, ਜਾਂ ਮੈਂ ਕਹਿੰਦਾ ਕਿ ਮੈਨੂੰ ਗੁੱਸੇ ਕਰਤਾ ਇਹਨੇ, ਇਹਦੇ ਤੇ ਮੈਨੂੰ ਗੁੱਸਾ ਹੈ, ਇਹ ਗਰੁੱਪ ਦੇ ਵਿੱਚ ਏਦਾਂ ਕਿਉਂ ਕਰ ਲਿਆ ਇਹਨਾਂ ਨੇ, ਗੁੱਸਾ ਆ ਗਿਆ। ਹਰਖ ਤੇ ਸੋਗ, ਗੁੱਸਾ ਤੇ ਖੁਸ਼ੀ, ਦੁੱਖ ਤੇ ਸੁੱਖ, ਇਹ ਸਾਰੇ ਮੇਰੇ ਸਰੀਰ ਦੇ ਲੈਵਲ ਤੇ ਠੀਕ ਸਨ, ਪਰ ਮੈਂ ਇਹਨਾਂ ਨੂੰ ਮਨ ਦੇ ਲੈਵਲ ਤੇ ਲੈ ਗਿਆ। ਮੈਂ ਸੋਚਾਂਗਾ ਫਿਰ ਅਜੂਨੀ ਕਦੀ। ਹੁਣ ਹਰ ਇੱਕ ਇਹ ਜਿਹੜੇ 9 ਐਟਰੀਬਿਊਟਸ ਨੇ, ਇਹਨਾਂ ਨੂੰ ਸਾਰਿਆਂ ਨੂੰ ਮੈਂ ਇਨਕਲਕੇਟ ਕਰਨਾ ਹੈ, ਖਿਆਲ ਰਹੇ, ਨਹੀਂ ਤੇ ਬੇਕਾਰ ਜੇ ਮੈਨੂੰ ਇਹ ਸਮਝ ਆ ਜਾਏ ਕਿ ਮੈਂ ਇਹਨੂੰ ਆਪਣੇ ਅੰਦਰ ਅਸੀਂ ਕਹਿੰਦੇ ਨਾ ਅੰਦਰ ਵਸਾਣਾ, ਕਿਰਪਾ ਨਿਧ ਬਸੋ ਹਿਰਦੈ ਹਰ ਨੀਤ। ਕਿਵੇਂ ਬਸੇਗਾ ਉਹ? ਕੀ ਮੇਰੇ ਕਹਿਣ ਤੇ ਵਸ ਜਾਏਗਾ? ਤੈਸੀ ਬੁੱਧ ਕਰੋ ਪ੍ਰਗਾਸ, ਉਹੋ ਜੀ ਬੁੱਧ ਪ੍ਰਗਟ ਕਰ। ਲਾਗੇ ਪ੍ਰਭ ਸੰਗਪ੍ਰੀਤ। ਹੁਣ ਲੋੜ ਕੀ ਹੈ? ਕਦੀ ਮੈਂ ਮਰਦਾ ਜੰਮਦਾ, ਹੁਣ ਮੈਂ ਸੋਚਾਂ ਕਿ ਅਜੂਨੀ ਦਾ ਮਤਲਬ ਦੇਖੋ ਨਾ, ਅਸੀਂ ਜਿਹੜੀ ਗੱਲਾਂ ਜੂਨਾ ਤੋਂ ਰਹਿਤ ਹੈ, ਕਿਉਂਕਿ ਸਾਡੀ ਉਹ ਪਰਵਰਿਸ਼ ਜਿਹੜੀ ਹੈ ਬਚਪਨ ਤੋਂ ਜੂਨਾ ਦੀ, ਅਸੀਂ ਤੇ 84 ਲੱਖਾਂ ਚ ਆ, ਉਹ ਨਹੀਂ ਹੈਗੇ। ਪਰ ਮੈਂ ਉਹਦਾ ਕੀ ਕਰਾਂ? ਕਦੀ ਮੈਂ ਕਿਸੇ ਦੇ ਧਨ ਨੂੰ ਦੇਖ ਕੇ ਮਰ ਜਾਂਦਾ, ਮੈਨੂੰ ਗਸ਼ ਪੈ ਜਾਂਦੀ ਹੈ। ਕਹਿੰਦੇ ਆ ਨਾ, ਏਦਾਂ ਕਦੀ ਹੁੰਦਾ ਜੀ ਕਿ ਨਹੀਂ?
ਕੀ ਕਦੀ ਕਿਸੇ ਨਾਲ ਏਦਾਂ ਹੋਇਆ ਕਿ ਕਿਸੇ ਦੀ ਦੌਲਤ ਦੇਖੀ ਹੋਵੇ, ਮੈਨੂੰ ਗਸ਼ ਪੈ ਗਈ ਹੋਵੇ? ਗਸ਼ ਪੈਣਾ ਮਤਲਬ ਮੈਂ ਲਫ਼ਜ਼ ਵਰਤਿਆ, ਜਿਹੜੀ ਟਰਮੀਨੋਲੋਜੀ ਹੈ, ਮੈਨੂੰ ਮੌਤ ਪੈ ਗਈ ਹੈ। ਅਸੀਂ ਕਹਿੰਦੇ ਨਾ, ਬਜ਼ੁਰਗ ਕਹਿੰਦੇ ਸਨ, ਮਾੜਾ ਜਿਹਾ ਕੰਮ ਖੇਡਣ ਨੂੰ ਹਿੜ ਹਿੜ ਕਰਦਾ ਰਹੇਗਾ, ਜੇ ਮਾੜਾ ਜਿਹਾ ਕੰਮ ਕਹਿ ਦੋ ਮੌਤ ਪੈ ਜਾਂਦੀ ਹੈ। ਮੈਂ ਕਿੰਨੀ ਵਾਰੀ ਜੰਮਦਾ ਮਰਦਾ, ਕਿਸੇ ਦੇ ਕੱਪੜੇ ਦੇਖੇ ਮੈਂ ਮਰ ਗਿਆ, ਕਿਸੇ ਦਾ ਤਨ ਦੇਖਿਆ ਮੈਂ ਮਰ ਗਿਆ, ਕਿਸੇ ਦਾ ਧਨ ਦੇਖਿਆ ਮੈਂ ਮਰ ਗਿਆ। ਪਾਤਸ਼ਾਹ ਕਹਿੰਦੇ ਨੇ, ਪਰ ਤਨ ਪਰ ਧਨ ਪਰ ਤੀ ਨਿੰਦਾ, ਪਰ ਅਪਵਾਦ ਨਾ ਚੁੱਕੇ, ਪਰ ਅਪਵਾਦ ਨਾ ਚੁੱਕੇ। ਹਾਂਜੀ, ਸੌਰੀ, ਲੈਟ ਮੀ ਪੁੱਲ ਦਿਸ। ਇਹ ਸ਼ਬਦ ਬਹੁਤ ਇੰਪੋਰਟੈਂਟ ਹੈ ਸਾਡੇ ਲਈ, ਪਰ ਅਸੀਂ ਕਿਉਂਕਿ ਗੌਰ ਨਹੀਂ ਕਰਦੇ ਕਈ ਵਾਰੀ। ਹੋ ਆਮ ਸੌਰੀ, ਮੈਂ ਕੱਢਿਆ ਨਹੀਂ ਹੋਇਆ, ਇੱਕ ਸਕਿੰਟ। ਪਰ ਧਨ ਪਰ ਤਨ ਪਰ ਤੀ ਨਿੰਦਾ। ਹਾਂਜੀ, ਗੋਬਿੰਦ ਹਮ ਐਸੇ ਅਪਰਾਧੀ। ਪੇਜ ਹੈਗਾ ਇਹ, ਆਪਣੇ ਕੋਲ ਸਿਰਫ ਨੋਟ ਕਰ ਲਓ, ਰਾਮਕਲੀ ਕਬੀਰ ਸਾਹਿਬ 971 ਪੇਜ। ਕਹਿੰਦੇ ਕਮਨ ਕਾਜ ਸਿਰਜੇ ਜਗ ਭੀਤਰ, ਇਹ ਕਬੀਰ ਸਾਹਿਬ ਨੇ ਸਾਡੇ ਲਈ ਕਿਹਾ, ਮੇਰੇ ਲਈ। ਕਿ ਸੋਚਿਆ ਕਦੀ ਤੂੰ ਕਿ ਤੂੰ ਆਇਆ ਕਿਉਂ ਸੈਂ? ਗੁਰਚਰਨ ਲਾਗ ਅੰਬਿਨ ਵਤਾ, ਪੁੱਛਤ ਕਾਹੇ ਜਿਉ ਪਾਇਆ, ਮੈਨੂੰ ਕਿਉਂ ਪੈਦਾ ਕੀਤਾ ਈ ਰੱਬਾ? ਕਮਨ ਕਾਜ ਸਿਰਜੇ ਜਗ ਭੀਤਰ, ਜਨਮ ਕਮਨ ਫਲ ਪਾਇਆ, ਕਿਸ ਕਰਕੇ ਮੈਨੂੰ ਜਨਮ ਮਿਲਿਆ? ਭਵਨਿਦ ਤਰਨ ਤਾਰਨ ਚਿੰਤਾ ਮਨ, ਇੱਕ ਨਿਮਖ ਨਾ ਇਹ ਮਨ ਲਾਇਆ। ਮੈਂ ਉਸ ਪਾਸੇ ਇੱਕ ਨਿਮਖ ਵੀ ਇਹ ਮਨ ਨਹੀਂ ਲਾਇਆ। ਮੈਂ ਕਹਾਂਗਾ ਜੀ ਨਹੀਂ, ਮੇਰੇ ਲਈ ਨਹੀਂ ਹੈ। ਜੇ ਮੈਂ ਬਾਣੀ ਪੜ੍ਹਦਾ ਪਿਆ ਤਾਂ ਮੇਰੇ ਲਈ ਹੈ। I have to find out how does it apply to me. ਗੋਬਿੰਦ ਹਮ ਐਸੇ ਅਪਰਾਧੀ, do I agree? ਜਿਨ ਪ੍ਰਭ ਜਿਉ ਪਿੰਡ ਥਾ ਦਿਆ, ਤਿਸ ਕੀ ਭਾਉ ਭਗਤ ਨਹੀਂ ਸਾਧੀ। ਮੈਂ ਕਹਿੰਦਾ ਕਿ ਮੈਂ ਵਿਚਾਰ ਕਰਦਾ, ਮੈਂ ਕਹਿੰਦਾ ਮੈਂ ਕਲਾਸ ਲੈਣਾ, ਮੈਂ ਕਹਿੰਦਾ ਮੈਂ ਪਾਠ ਕਰਦਾ, ਮੈਂ ਕਹਿੰਦਾ ਮੈਂ ਖੰਡ ਪਾਠ ਕਰਦਾ, ਸਹਿਜ ਪਾਠ ਕਰਦਾ, ਕੀਰਤਨ ਕਰਦਾ, ਕਿੰਨਾ ਕੁਛ ਮੈਂ ਕਰਦਾ। ਉਹ ਕਹਿੰਦਾ ਵੀ ਉਹਦੀ ਭਾਵ ਭਗਤ ਕੀਤੀ ਨਹੀਂ। ਕਿਹਨੂੰ ਠੀਕ ਮੰਨਾ, ਆਪਣੇ ਆਪ ਨੂੰ ਕਿ ਉਹਨੂੰ? ਅੱਛਾ, ਪਰ ਧਨ ਪਰ ਤੀ ਨਿੰਦਾ, ਪਰ ਅਪਵਾਦ ਨਾ ਛੂਟੈ। ਝਗੜਾ ਕਈਆਂ ਦੇ ਨਾਲ, ਤੇ ਆਵਾ, ਇਹ ਗੱਲ ਨੋਟ ਕਰਨ ਵਾਲੀ, ਆਵਾ ਗਵਨ ਹੋਤ ਹੈ ਫੁਨ ਫੁਨ। ਮੈਂ ਮਿੰਟੋ ਮਿੰਟੀ ਮਰੀ ਜਾਣਾ ਤੇ ਮਿੰਟੋ ਮਿੰਟੀ ਜੰਮੀ ਜਾਣਾ। ਇਹ ਪ੍ਰਸੰਗ ਨਾ ਟੂਟੈ, ਮੇਰੇ ਕੋਲੋਂ ਇਹ ਝਗੜਾ, ਇਹ ਖਹਿੜਾ ਛੁੱਟਦਾ ਹੀ ਨਹੀਂ ਇਹਦਾ। ਮੈਨੂੰ ਇਹ ਨਹੀਂ ਸਮਝ ਆਉਂਦੀ ਆਵਾਗੌਣ ਹੈ ਕੀ ਹੈ। ਜਦੋਂ ਮੈਂ ਕਿਸੇ ਨੂੰ ਦੇਖ ਕੇ ਮਰ ਜਾਣਾ, ਫਿਰ ਮੈਨੂੰ ਕੋਈ ਕਹਿੰਦਾ ਕਿਆ ਬਾਤ ਹੈ ਕਮਲਜੀਤ ਸਿੰਘ, ਤੁਹਾਡੀ ਵਿਚਾਰ, ਆਹਾ, ਮੈਂ ਫਿਰ ਜੀ ਪੈਣਾ, ਫਿਰ ਚੌੜਾ ਹੋ ਜਾਣਾ। ਫਿਰ ਮੈਂ ਕਿਸੇ ਦੀ ਸ਼ਕਲ ਦੇਖ ਕੇ, ਕਿਸੇ ਦਾ ਤਨ ਦੇਖ ਕੇ, ਕਿਸੇ ਦਾ ਮਨ ਦੇਖ ਕੇ, ਕਿਸੇ ਦਾ ਧਨ ਦੇਖ ਕੇ ਮੈਂ ਫਿਰ ਔਖਾ ਹੋ ਜਾਣਾ। ਮੈਂ ਮਰਦਾ ਜੰਮਦਾ ਇਸ ਤਰ੍ਹਾਂ ਹੀ ਪਿਆ। ਕਿਸੇ ਨੇ ਫੂਕ ਦੇਤੀ, ਜੀ ਪਿਆ, ਕਿਸੇ ਨੂੰ ਦੇਖਿਆ, ਗਸ਼ ਪੈ ਗਈ। ਜਹ ਘਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫੇਰਾ। ਜੇ ਦੁਨਿਆਵੀ ਪੱਧਰ ਤੇ ਲਈਏ ਤੇ ਜਿੱਦਾਂ ਕਿਸੇ ਦੇ ਘਰ ਕੋਈ ਪ੍ਰੋਗਰਾਮ ਹੋਵੇ ਤੇ ਅਸੀਂ ਨਾ ਜਾਈਏ, ਪਰ ਇੱਥੇ ਨਿੱਜ ਘਰ ਦੀ ਗੱਲ ਹੈ। ਤਿਤ ਘਰ ਗਾਵੋ ਸੋਹਿਲਾ, 6 ਘਰ 6 ਬਾਬਾ, ਜੈ ਘਰ ਕਰਤੇ ਕੀਰ, ਉਹ ਵਾਲਾ ਘਰ, ਨਿੱਜ ਘਰ। ਜੈ ਘਰ ਕਥਾ ਹੋਤ ਹਰ ਸੰਤਨ, ਜਿੱਥੇ ਰੱਬ ਜੀ ਦੀ ਗੱਲ ਤੁਰਦੀ ਹੋਵੇ, ਜਿਹੜੀ ਥਾਟ ਦੇ ਵਿੱਚ, ਜਿਹੜੇ ਸਟੇਟ ਆਫ ਮਾਈਂਡ ਦੇ ਵਿੱਚ
ਇੱਕ ਨਿਮਖ ਨਾ ਕੀਨੋ ਮੈਂ ਫੇਰਾ, ਮੈਂ ਮਿੰਟ ਨਹੀਂ ਲਾਇਆ ਉੱਥੇ ਜਾਣ ਲਈ, ਗਿਆ ਹੀ ਨਹੀਂ। ਕਿਆ ਯਾਰ, ਉਹੀ ਤੇ ਗੱਲਾਂ ਹੋਣੀਆਂ ਨੇ। ਲੰਪਟ ਚੋਰ ਦੂਤ ਮਤਵਾਰੇ, ਤਿੰਨ ਸੰਗ ਸਦਾ ਬਸੇਰਾ, ਤੇ ਪੰਜਾਂ ਦੇ ਨਾਲ ਮੇਰਾ ਹਰ ਵੇਲੇ ਯਾਰੀ ਦੋਸਤੀ ਹੈ। ਕਾਮ ਕ੍ਰੋਧ ਮਾਇਆ ਮਦ ਮਤਸਰ, ਇਹ ਸੰਪੈ ਮੋਹ ਮਾਹੀ, ਦਇਆ ਧਰਮ ਅਰ ਗੁਰ ਕੀ ਸੇਵਾ, ਇਹ ਸੁਪਨ ਅੰਤਰ ਨਾ। ਦੀਨ ਦਿਆਲ ਕਿਰਪਾਲ ਦਮੋਦਰ, ਭਗਤ ਬਚਲ ਪਿਆਰੀ, ਕਹਿਤ ਕਬੀਰ ਭੀਰ ਜਨ ਰਾਖੋ, ਹਰ ਸੇਵਾ ਕਰੋ ਤੁਮਾਰੀ। ਇਹਦੀ ਲੋੜ ਹੈ ਮੈਨੂੰ। ਫਿਰ ਮੈਂ ਹੁਣ ਸੋਚੀ ਜਾਣਾ, ਮੈਂ ਸਾਰਾ ਕੁਝ ਇਹ ਮੈਂ ਆਪਣੇ ਅੰਦਰ ਪ੍ਰਗਟ ਨਹੀਂ ਕੀਤਾ। ਮੈਨੂੰ ਯਕੀਨ ਜਾਣਿਓ, ਬਾਣੀ ਪੜਨ ਦਾ, ਜਪਜੀ ਨੂੰ ਸਮਝਣ ਦਾ, ਮੂਲ ਮੰਤਰ ਨੂੰ ਪਾਠ ਕਰਨ ਦਾ ਲਾਭ ਕਿੰਨਾ ਕੁ ਹੋਣਾ ਮੈਂ ਆਪ ਜਾਣ ਸਕਦਾ। ਪੜ ਪੜ ਗੱਡੀ ਲੱਦੀਆਂ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੀ ਆਰ ਜਾ। ਨਾਨਕ ਲੇਖਿਆ ਇੱਕ ਗੱਲ ਹੋ ਰਹਾ ਮੈਂ ਚਖਣਾ ਚਾਕ। ਸੋ ਫਿਰ ਪਾਤਸ਼ਾਹ ਨੇ ਅਜੂਨੀ ਨੂੰ ਸਮਝਾਉਣ ਦੇ ਲਈ, ਇੱਥੇ ਹੋ ਗਿਆ ਨਾ ਨੈਗੇਟਿਵ ਪਾਰਟ ਤੇ ਪੋਜ਼ਿਟਿਵ ਪਾਰਟ ਕੀ ਹੈ। ਪਾਤਸ਼ਾਹ ਕਹਿੰਦੇ ਪੁੱਤਰ ਇਹ ਪੜਨਾ ਸ਼ੁਰੂ ਕਰ ਦੇ, ਸਤਿਗੁਰ ਕੈ ਜਨਮੈ ਗਵਨ ਮਿਟਾਇਆ। ਕੀਤਾ ਮੈਂ ਕਦੀ? ਇੱਥੇ ਹੀ ਵਿਵਾਦ ਸ਼ੁਰੂ ਹੋ ਜਾਏਗਾ ਜੇ ਮੈਂ ਸਾਰਿਆਂ ਦੇ ਮਾਈਕ ਔਨ ਕਰਾ ਲਵਾਂ ਕਿ ਜੀ ਸਤਿਗੁਰ ਦਾ ਜਮਨਾ ਕੀ ਹੈ। ਇੱਥੇ ਵਿਵਾਦ ਸ਼ੁਰੂ ਹੋ ਜਾਏਗਾ। ਜਦੋਂ ਮੈਂ ਗੁਰੂ ਦੇ ਘਰ ਜੰਮਿਆ, ਜਦੋਂ ਮੈਂ ਗੁਰੂ ਦੀ ਅਵੇਅਰਨੈਸ ਚ ਆ ਗਿਆ, ਵਨਨੈਸ ਚ ਚਲਾ ਗਿਆ, ਗਵਨ ਮਿਟਾਇਆ, ਮੇਰਾ ਉਹ ਆਵਾਗੌਣ ਜਿਹੜਾ ਫੁੰਨ ਹੁੰਦਾ ਪਿਆ ਸੀ ਉਹ ਮਿਟ ਗਿਆ। ਇਹ ਗਰੰਟੀ ਹੈ। ਫਿਰ ਉਹ ਹੈ ਨਾ ਇੱਕ ਹੋਰ, ਕਿਹੜਾ ਘਰ ਲੱਭਾਂ, ਨਾਨਕ ਬੱਧਾ ਘਰ ਤਹਾਂ, ਜਿੱਥੇ ਮਿਰਤ ਨਾ ਜਨਮ ਜਰਾ। ਨਾ ਮੌਤ ਹੈ ਨਾ ਜਨਮ ਹੈ। ਗਵਨ ਮਿਟਾਇਆ, ਨਾਨਕ ਬੱਧਾ ਘਰ ਤਹਾਂ। ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿ ਰਿਹਾ, ਮੈਂ ਸਿਰਫ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ। ਬਾਣੀ ਵਿੱਚ ਇੰਨਾ ਅਨਮੋਲ ਖਜ਼ਾਨਾ ਗੁਰੂ ਸਾਹਿਬ ਨੇ ਮੈਨੂੰ ਦਿੱਤਾ ਤੇ ਮੈਂ ਕੀਤਾ ਕੀ? ਤੇ ਸਹਿਭੰਗ ਆਪਣੇ ਆਪ ਤੋਂ, ਉਹਨੂੰ ਕਿਸੇ ਆਸਰੇ ਦੀ ਲੋੜ ਨਹੀਂ। ਅਸੀਂ ਕੀ ਕਰਦੇ ਹਾਂ? ਮੰਨ ਲਿਆ ਅਸੀਂ ਪੱਕੀ ਦੀਵਾਰ ਦੇ ਨਾਲ ਆਸਰਾ ਲਾ ਲਈਏ, ਜੇ ਦੀਵਾਰ ਡਿੱਗੇਗੀ ਤੇ ਮੈਂ ਡਿੱਗਾਂਗਾ ਨਾ, ਭਾਵੇਂ ਪੱਕੀ ਹੋਵੇ ਕੱਚੀ ਹੋਵੇ। ਉਹ ਆਪਣੇ ਆਪ ਤੋਂ ਹੈ। ਤੇ ਇੰਨੀ ਵੱਡੀ ਫਿਲਾਸਫੀ ਮੇਰੇ ਕੋਲ ਹੈ ਕਿ ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਤੂੰ ਮੇਰੇ ਲਈ ਮੇਰ ਪਰਬਤ ਹੈ, ਮੇਰਾ ਪਾਤਸ਼ਾਹ ਮਾਲਕਾ, ਤੂੰ ਪਹਾੜ ਹੈ ਮੇਰਾ ਏਡਾ ਵੱਡਾ, ਤੇ ਮੈਂ ਤੇਰੀ ਓਟ ਲਈ ਹੈ ਮੈਂ। ਕੁਝ ਵੀ ਹੋ ਜਾਏ ਮੈਂ ਆਪਣੇ ਗੁਰੂ ਨੂੰ ਨਹੀਂ ਛੱਡਣਾ। ਆਉ ਨਾ ਛੋਡੋ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ ਮੰਝਾ ਆਸਰਾ। ਮੈਂ ਤੇ ਫਿਰ ਕੱਚੀਆਂ ਦੀਵਾਰਾਂ, ਲੋਕਾਂ ਦੀਆਂ ਗੱਲਾਂ, ਉਹਨੇ ਮੈਨੂੰ ਏਦਾਂ ਤਸੱਲੀ ਦੇਤੀ ਏ, ਉਹਨੇ ਮੈਨੂੰ ਉਂਗਲੀ ਫੜਾਤੀ ਏ, ਮੈਂ ਤੇ ਉਹਦਾ ਆਸਰਾ ਲਈ ਫਿਰਦਾ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਤੇ ਨਾ ਹਮ ਗਿਰਤੇ। ਕਿੱਡੀ ਕਨਫਰਮੇਸ਼ਨ ਹੈ, ਕਿਉਂਕਿ ਤੂੰ ਡੋਲਣਾ ਨਹੀਂ। ਡੋਲਣਾ ਤੇ ਪਾਤਸ਼ਾਹ ਕਹਿੰਦੇ ਨੇ ਡਿਗਣ ਡੋਲਣ ਤੋਲੋ, ਜੌਲੋ ਮੰਨ ਕੇ ਭਰਮਾ। ਤੇ ਤੇਰੇ ਤੂੰ ਤੇ ਫਰਮ ਹੈ, ਤੂੰ ਤੇ ਅਥਾਹ ਹੈ, ਵੱਡਾ ਮੇਰਾ ਸਾਹਿਬ ਅਗਮ ਗੋਚਰ, ਵੱਡੇ ਮੇਰੇ ਸਾਹਿਬ ਗੈਰ ਗੰਭੀਰਾ ਗੁਣੀ ਗੀਰਾ। ਸੋ ਕਹਿੰਦੇ ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ, ਮੇਰੀ ਮਾਲਕ ਨੇ ਰੱਖ ਲਈ। ਇਹੋ ਜਿਹਾ ਸਾਹਿਬ ਮੈਂ ਅੰਦਰੋਂ ਆਪਣੇ ਇਹੋ ਜਿਹਾ ਪੈਦਾ ਕਰਾਂ।
ਇਹੋ ਜਿਹਾ ਸਹਿਭੰਗ, ਇਹੋ ਜਿਹੀ ਗੁਣ ਮੇਰੇ ਅੰਦਰ ਪੈਦਾ ਹੋ ਜਾਣ। ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਮੈਂ ਕੁਛ ਵੀ ਆਪਣੇ ਹਿਸਾਬ ਚ ਨਹੀਂ ਕਰ ਸਕਦਾ, ਗੁਰੂ ਦੀ ਕਰਾਂਗਾ ਮੈਂ, ਪਰ ਕਹਿਣਾ ਹੈ ਮੈਂ ਪਾਸ਼ਾ ਤੇਰੀ ਕਿਰਪਾ ਦੇ ਨਾਲ ਕੀਤਾ। ਮੈਨੂੰ ਲੱਗਦਾ ਸੀਗਾ ਕਿ ਆਪਾਂ ਇਹ ਜਿਹੜੀ ਬੇਸਿਕ ਹੈ, ਫਿਰ ਇਹਦੇ ਅੱਗੇ ਜਪ, ਬਾਣੀ ਦਾ ਨਾਮ ਹੈ, ਪਹਿਲੇ 2 ਡੰਡੀਆਂ ਨੇ, ਬਾਅਦ ਚ 2 ਡੰਡੀਆਂ ਨੇ, ਆਪਾਂ ਇਹਦੀ ਗੱਲ ਕੀਤੀ ਹੋਈ ਹੈ, ਇਹ ਹੈਡਿੰਗ ਹੈ। ਅਸੀਂ ਇਸ ਤਰ੍ਹਾਂ ਜੰਪ ਮਾਰ ਜਾਂਦੇ ਆ ਨਾ, ਕੀ ਹੋ ਗਿਆ ਜੀ ਜੇ ਅਸੀਂ 2 ਅੱਖਰ ਜ਼ਿਆਦਾ ਪੜ੍ਹ ਲਏ ਤੇ ਮੂਲ ਮੰਤਰ ਪਤਾ ਨਹੀਂ ਕਿੱਥੋਂ ਕਿੱਥੋਂ ਅਸੀਂ ਲੈ ਕੇ ਆਏ ਹੋਏ ਆ। ਫਿਰ ਆਦ ਸੱਚ, ਪਹਿਲਾ ਸ਼ਲੋਕ ਤੇ ਅਖੀਰਲਾ ਸ਼ਲੋਕ, ਇਹ ਦੋਵੇਂ ਸ਼ਲੋਕ ਗੁਰਬਾਣੀ ਚ ਦੁਬਾਰਾ ਆਏ ਨੇ। ਪਹਿਲੇ ਇੱਥੇ ਆਇਆ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹੀ ਹੈ ਸਿਰਫ, ਤੂੰ ਹੀ ਮੋਹੇ ਨਾ, ਇਤੈ ਉਤੈ ਘਟ 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 ਘਟ, ਤੂੰ ਹੀ ਮੋਹੇ ਨਾ, ਤੂੰ ਹੈ ਸਿਰਫ। ਫਿਰ ਜੁਗਾਦ ਸੱਚ, ਹੁਣ ਵੀ ਸੱਚ ਹੈ ਤੂੰ, ਤੇ ਨਾਨਕ ਹੋਸੀ ਭੀ ਸੱਚ। ਹੁਣ ਇਸ ਤੋਂ ਬਾਅਦ ਇਜ਼ਮ ਦੀ ਅਸਲੀ ਗੱਲ ਸ਼ੁਰੂ ਹੁੰਦੀ ਹੈ। ਕੈਨ ਯੂ ਬਲੀਵ ਦੈਟ? ਸਾਰੀਆਂ ਮਨੌਤਾਂ ਸਨ, ਕੋਈ ਕਹਿੰਦਾ ਸੀ ਸੁੱਚ ਰੱਖ ਲਓ। ਬਾਹਮਣ ਨੇ ਇੱਥੋਂ ਤੱਕ ਕੀਤਾ ਹੋਇਆ ਸੀ ਕਿ ਰਾਜਿਆਂ ਦੇ ਨਾਲ, ਉਸ ਵੇਲੇ ਦੇ ਰਾਜਿਆਂ ਨੂੰ ਕਿਹਾ ਕਿ ਅਸੀਂ ਤੈਨੂੰ ਪੂਜਾ ਯੋਗ ਬਣਾ ਦੇਾਂਗੇ, ਲੋਕਾਂ ਨੂੰ ਕਹਾਂਗਾ ਮੈਂ ਕਿ ਤੂੰ ਇਹਨਾਂ ਦੀ ਪੂਜਾ ਕਰ, ਪਰ ਤੂੰ ਇੱਕ ਕੰਮ ਕਰਨਾ ਹੈ, ਤੂੰ ਮੇਰੇ ਪੈਰ ਧੋ ਕੇ ਪੀਣੇ ਆ। ਏਦਾਂ ਹੋਇਆ। ਬਾਹਮਣ ਜਦੋਂ ਦਰਬਾਰ ਚ ਜਾਂਦਾ ਸੀ, ਰਾਜਾ ਉਹਦੇ ਪੈਰ ਧੋ ਕੇ ਪੀਂਦਾ ਸੀ, ਤੇ ਰਾਜੇ ਨੂੰ ਰੱਬ ਦਾ ਰੂਪ ਬਣਾਉਂਦੇ ਸਨ। ਕਈ ਸਾਖੀਆਂ ਚ ਸਾਨੂੰ ਮਿਲਦਾ ਵੀ ਉਹ ਉੱਥੇ ਦਾ ਰਾਜਾ ਅਰਦਾਸ ਕਰਦਾ ਸੀ ਤੇ ਮੀਂਹ ਵਰ ਜਾਂਦਾ ਸੀ, ਤੇ ਨਹੀਂ ਵਰਿਆ ਤੇ ਫਿਰ ਗੁਰੂ ਸਾਹਿਬ ਗਏ, ਮੁਨਾਫਿਕ ਸ਼ਹਿਰ ਸੀਗਾ ਜਿਹੜਾ, so on and so forth। ਹੁਣ ਮੈਂ ਸੋਚਾਂ ਕਿ ਇਹ ਹਕੀਕਤ ਜਿਹੜੀ ਹੈ ਮੇਰੀ ਲਾਈਫ ਚ ਕਿੱਥੇ ਹੈਗੀ ਹੈ? ਅੱਜ ਦੀ ਡੇਟ ਚ ਕੀ ਹੋ ਰਿਹਾ? ਅੱਜ ਦਾ ਜਿਹੜਾ ਸਾਡਾ ਸਿੱਖ ਬਾਹਮਣ ਹੈ, ਮੈਂ ਲਫ਼ਜ਼ ਵਰਤ ਰਿਹਾ, ਮਾਫ ਕਰਨਾ, ਕਲਰਜੀ ਕਲਾਸ, ਉਹ ਵੀ ਇਹੀ ਕਰ ਰਿਹਾ। ਉਹ ਕਹਿੰਦਾ ਜੀ ਮਾਇਆਧਾਰੀ ਨੂੰ ਕਿ ਮੈਂ ਤੁਹਾਡੀ ਬੱਲੇ ਬੱਲੇ ਕਰਾ ਦਿਆਂਗਾ, ਜਕਾਰੇ ਛਡਾ ਦਿਆਂਗਾ, ਤੁਸੀਂ ਮੇਰਾ ਸਤਿਕਾਰ ਕਰਨਾ। ਮਾਇਆਧਾਰੀ ਕਹਿੰਦਾ ਵੀ ਨਹੀਂ, ਇਹ ਭਾਈ ਸਾਹਿਬ ਇਹ ਤੇ ਬਹੁਤ ਕਮਾਲ ਹੈ, ਮੈਨੂੰ ਠੰਡ ਪੈ ਜਾਂਦੀ ਹੈ ਜਿਸਲੇ ਕਰਦੇ ਨੇ, ਜਿਸਲੇ ਬੋਲਦੇ, ਚੱਲ ਤੂੰ ਕੋ ਮੁੱਲਾ ਮੈਂ ਕਾ ਕਾਜ਼ੀ, ਰੱਬ ਤੇ ਹੈ ਹੀ ਕੋਈ ਨਹੀਂ ਇਹਦੇ ਚ। ਕੀ ਮੈਂ ਸੋਚਦਾ ਕਿ ਇਹ ਹੁਣੇ ਅਸੀਂ ਕੀ ਕਰਦੇ ਹਾਂ, ਜਦੋਂ ਅਸੀਂ ਗੱਲ ਇੱਥੇ ਵੀ ਇਸ ਗਰੁੱਪ ਚ ਵੀ ਸ਼ੁਰੂ ਕਰਦੇ, ਮਾਫ ਕਰਨਾ ਮੈਨੂੰ ਭੈੜਾ ਕਹਿੰਦੇ ਹੋ ਤੁਸੀਂ, ਪਰ ਆਈ ਕੈਂਟ ਹੋਲਡ ਇਟ। ਜਦੋਂ ਅਸੀਂ ਸਾਰੇ ਜਣੇ ਕਰਦੇ ਹੁੰਦੇ ਸਾਂ ਨਾ ਵਿਚਾਰ ਆਪਣੀ, ਤੇ ਮੈਂ ਕਹਾਂਗਾ ਵੈਸੇ ਸਾਰਿਆਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਨੇ, ਚੱਲ ਉਹ ਮੈਂ ਕੀ ਲੈਣਾ ਸਾਰਿਆਂ ਨੇ ਕੀਤੀਆਂ ਨੇ, ਮੈਂ ਆਪਣੀ ਗੱਲ ਕਰਾਂ, ਮੇਰੇ ਕੋਲੋਂ ਸਹੀ ਹੋਣੀ ਹੈ ਕਿ ਨਹੀਂ, ਵਧੀਆ ਹੋਣੀ ਕਿ ਨਹੀਂ। ਸਕ੍ਰੈਚਿੰਗ ਬੈਕ ਆਦਤ ਹੈ, ਕੀ ਕਰਾਂ। ਆਦ ਸੱਚ ਜੁਗਾਦ ਸੱਚ, ਆਦ ਸੱਚ ਜੁਗਾਦ ਸੱਚ 17ਵੀਂ ਪੌੜੀ ਦੇ ਵਿੱਚ, ਸੁਖਮਨੀ ਦੇ ਵਿੱਚ ਵੀ ਹੈਗਾ। ਫਰਕ ਕੀ ਹੈ? ਉੱਥੇ ਹੈਗਾ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ। ਇੱਥੇ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਸੇ ਤਰ੍ਹਾਂ ਹੀ ਦੂਜਾ ਸ਼ਲੋਕ ਜਿਹੜਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਦੂਜੀ ਪਾਤਸ਼ਾਹ ਦਾ ਸ਼ਲੋਕ ਹੈ, ਸੇਮ ਬਾਣੀ ਚ ਬਹੁਤ ਵਾਰੀ ਹੈਗਾ, ਇੱਕੋ ਵਾਰੀ ਨਹੀਂ ਹੈ। ਇਸ ਤਰ੍ਹਾਂ ਕਿ ਥੋੜਾ ਜਿਹਾ ਰੱਦੋ ਬਦਲ ਕਰਕੇ ਕਿਸੇ ਹੋਰ ਪਾਤਸ਼ਾਹ ਨੇ ਉਹਨੂੰ ਫਿਰ ਵਰਤਿਆ ਹੋਇਆ। ਦੂਜੇ ਪਾਤਸ਼ਾਹ ਦਾ ਸ਼ਲੋਕ ਹੈ ਪਵਨ ਗੁਰੂ ਪਾਣੀ ਪਿਤਾ।
ਹੋਰ ਕੀਤੀ ਛੁੱਟੀ ਨਾਲ ਦੂਜੇ ਪਾਤਸ਼ਾਹ। ਹੁਣ ਮੈਂ ਸੋਚਾਂ ਭਈ ਮੈਂ ਸਿਰਫ ਦੁਨੀਆ 'ਚ ਹੀ ਬੈਠਾ ਭੇਸ ਭੇਖ ਕਿ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਬਾਣੀ ਮੈਨੂੰ ਕਹਿੰਦੀ ਹੈ ਨਹੀਂ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਇੱਕ ਤੀਸਰੇ ਪਾਤਸ਼ਾਹ ਦੀ ਸਾਖੀ ਆਉਂਦੀ ਹੈ, ਕਹਿੰਦੇ ਭਈ ਕੰਧ ਇੱਕ ਕੱਚੀ ਜਿਹੀ ਸੀਗੀ ਤੇ ਡਿੱਗਣ ਦਾ ਅੰਦੇਸ਼ਾ ਸੀ। ਸੰਗਤ ਦੇ ਨਾਲ ਗੁਰੂ ਸਾਹਿਬ ਜਾ ਰਹੇ ਨੇ ਤੇ ਸਿੰਘ ਜਿਹੜੇ ਸਨ ਸਿੱਖ ਉਹਨਾਂ ਦੇ ਨਾਲ, ਉਹ ਕਾਲੀ ਕਾਲੀ ਚ ਉਸ ਕੰਧ ਤੋਂ ਲੰਘ ਜਾਣ ਕਿਧਰੇ ਸਾਡੇ ਉੱਤੇ ਨਾ ਡਿੱਗ ਪਵੇ। ਇਹ ਗੱਲ ਬੜੀ ਵਧੀਆ ਹੈ। ਜਪਜੀ ਦੀ ਗੱਲ ਕਰਨ ਲੱਗਿਆ ਕਿ ਸਾਨੂੰ ਭੁਲੇਖੇ ਬੜੇ ਪੈਂਦੇ ਆ ਨਾ, ਤੇ ਗੁਰੂ ਸਾਹਿਬ ਵੀ ਕਾਲੀ ਕਾਲੀ ਚ ਲੰਘ ਗਏ। ਅੱਛਾ, ਸਾਡੀ ਵੀ ਆਦਤ ਹੈ, ਅਸੀਂ ਆਪ ਕਰ ਲੈਂਦੇ ਹਾਂ, ਦੂਜਾ ਕੋਈ ਕਰੇ ਤੇ ਉਹਨੂੰ ਟੋਕ ਦਿੰਦੇ ਹਾਂ। ਸੋ ਉਸ ਵੇਲੇ ਵੀ ਸਿੱਖ ਸੀਗੇ, ਉਹਨਾਂ ਨੇ ਕਿਹਾ ਗੁਰੂ ਸਾਹਿਬ ਇੱਕ ਮਿੰਟ ਅਟਕੋ ਖਾਂ, ਉਹ ਤੁਸੀਂ ਤਾਂ ਮਹਾਰਾਜ ਪੂਰਨ ਗੁਰੂ ਹੋ, ਤੁਸੀਂ ਤੇ ਨਿਰਭਉ ਹੋ, ਤੁਹਾਨੂੰ ਤੇ ਮੌਤ ਦਾ ਡਰ ਕੋਈ ਨਹੀਂ, ਤੁਸੀਂ ਤੇ ਰੱਬ ਨਾਲ ਇੱਕ ਭੇਦ ਹੋਏ ਦੇ ਹੋ, ਤੇ ਅਸੀਂ ਤੇ ਸਰੋਂ ਦੁਨਿਆਵੀ ਕਿਰਮ ਆ ਜੀ, ਅਸੀਂ ਤੇ ਕਾਹਲੀ ਚ ਲੰਘਣਾ ਸੀ ਕਿਤੇ ਕੰਧ ਸਾਡੇ ਸਿਰ ਤੇ ਨਾ ਡਿੱਗ ਜਾਏ, ਤੁਹਾਨੂੰ ਵੀ ਏਦਾਂ ਹੀ ਲੱਗਾ ਸਿਰ ਤੇ ਨਾ ਡਿੱਗ ਜਾਏ। ਤਾਂ ਗੁਰੂ ਸਾਹਿਬ ਦਾ ਇੱਕ ਤਰੀਕਾ ਹੁੰਦਾ ਸੀਗਾ ਸਾਰਿਆਂ ਨੂੰ ਸਮਝਾਉਣ ਦੇ ਲਈ, ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਤੇ ਕਹਿੰਦੇ ਵੀ ਗੁਰੂ ਸਾਹਿਬ ਕਹਿੰਦੇ ਨਹੀਂ, ਖਿਆਲ ਰਹੇ ਜੋ ਹੋਣਾ ਹੈ ਉਹਨੂੰ ਅਸੀਂ ਟਾਲ ਨਹੀਂ ਸਕਦੇ, ਨਾ ਹੀ ਅਸੀਂ ਬਦਲਣਾ। ਪਰ ਸਾਡਾ ਇਸ ਦੁਨੀਆ 'ਚ ਆਉਣ ਦਾ ਪਰਪਸ ਜਿਹੜਾ ਉਹ ਸਚਿਆਰ ਬਣਨਾ ਹੈ, ਤੇ ਸਚਿਆਰ ਅਸੀਂ ਉਦੋਂ ਹੀ ਬਣ ਸਕਦੇ ਹਾਂ ਜਦੋਂ ਅਸੀਂ ਆਪਣੇ ਸਰੀਰ ਨੂੰ ਕਾਇਮ ਰੱਖਾਂਗੇ। ਜੇ ਸਰੀਰ ਹੀ ਢਿੱਲਾ, ਮਾੜਾ ਢੱਗਾ 36 ਰੋਗ ਹੋ ਗਿਆ, ਤੇ you cannot contemplate, you cannot do stuff that you need to do। ਇਹ ਗੱਲ ਜਿਹੜੀ ਸੀ ਮੈਨੂੰ ਬੜੀ ਪਸੰਦ ਆਈ ਕਿ ਅਸੀਂ ਕ੍ਰਿਟਿਸਾਈਜ਼ ਕਰ ਦਿੰਦੇ ਹਾਂ ਸਰੀਰ ਨੂੰ, ਜੀ ਇਹ ਖਾਂਦੇ ਨੇ, ਇਹ ਪਾਉਂਦੇ ਨੇ। ਨੋ, ਦਿਸ ਇਜ਼ ਕੱਪੜ ਰੂਪ ਸੁਹਾਵਣਾ, ਬਟ ਇਸ ਖਿਆਲ ਦੇ ਨਾਲ ਪਾਉਣਾ ਹੈ ਕਿ ਛੱਡ ਦੁਨੀਆ ਅੰਦਰ ਜਾਊਂਗਾ। ਮੈਂ ਸੋਚਾਂ, ਮੈਂ ਕਦੀ ਕਿਸੇ, ਇਹ ਘਰ ਮੇਰਾ ਹੈ ਜੀ, ਅਸੀਂ ਆਮ ਉਸ ਵੇਲੇ ਜਦੋਂ ਅਸੀਂ ਗੁਰੂ ਸਾਹਿਬ ਦੇ ਵੇਲੇ ਧਰਮਸ਼ਾਲਾ ਹੁੰਦੀ ਸੀ, ਤੇ ਅਸੀਂ ਉਹ ਹਾਲੇ ਪੌੜੀ ਕਰਨੀ ਸੀ, ਉਸ ਤੋਂ ਪਹਿਲੇ ਅਸੀਂ ਇਹ ਕਰਨ ਲੱਗ ਪਏ, ਪਰ ਰਿਪੀਟ ਵੀ ਕਰ ਸਕਦੇ ਹਾਂ, ਕੋਈ ਗੱਲ ਨਹੀਂ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਧਰਮਸ਼ਾਲ ਹੁੰਦੀ ਸੀ ਰੈਣ ਬਸੇਰਾ, ਨਾਈਟ ਸਪੈਂਡਿੰਗ ਪਲੇਸ, ਇੱਕ ਜਾਂ ਦੋ ਰਾਤਾਂ ਜਾਂ ਜ਼ਿਆਦਾ। ਅੱਜ ਅਸੀਂ ਉਹਨੂੰ ਹੋਟਲ ਕਹਿੰਦੇ ਹਾਂ, ਥਿਊਰੀ ਸੇਮ ਹੈ। ਅਸੀਂ ਜਦੋਂ ਹੋਟਲ 'ਚ ਜਾਂਦੇ ਹਾਂ ਸਾਨੂੰ ਕੋਈ ਬਿਲੋਂਗਿੰਗਨੈਸ ਨਹੀਂ ਹੁੰਦੀ that we belong there, ਔਰ ਇਹਨੇ ਅਸੀਂ ਕੇਅਰਫਰੀ ਹੁੰਦੇ ਹਾਂ। ਜੇ ਕਿਤੇ ਕੋਈ ਡਿਜ਼ਾਸਟਰ ਹੋ ਜਾਏ ਤੇ ਸਾਨੂੰ ਇੱਕ ਹੋਟਲ 'ਚ ਟਿਕਣਾ ਪੈ ਜਾਏ, ਫਲਾਈਟ ਕੈਂਸਲ ਹੋ ਗਈ ਹੈ, ਤੇ ਅਸੀਂ ਸਵੇਰੇ ਜਾ ਕੇ ਜਦੋਂ ਬ੍ਰੇਕਫਾਸਟ ਕਰਨ ਜਾਂਦੇ ਹਾਂ ਹੋਟਲਾਂ 'ਚ, ਤੇ ਫਿਰ ਅਸੀਂ ਦੇਖਦੇ ਹਾਂ ਵੀ ਇਹ ਕੌਣ ਕੌਣ ਹੈ, ਹਾਂਜੀ ਤੁਸੀਂ ਕਿੱਥੇ ਜਾਣਾ, ਤੁਸੀਂ ਕਿਤੇ, ਯਾਰ ਮੈਨੂੰ ਤਾਂ ਬੜੀ ਪ੍ਰੋਬਲਮ। ਅਸੀਂ ਦੋਸਤਾਨਾ ਰਿਲੇਸ਼ਨ ਬਣਾਉਂਦੇ ਹਾਂ, ਉੱਥੇ ਝਗੜੇ ਨਹੀਂ ਪਾਉਂਦੇ। ਸਾਨੂੰ ਪਤਾ ਵੀ ਅਸੀਂ ਇਕੱਠੇ ਹੁਣ, ਪਤਾ ਨਹੀਂ ਅੱਜ ਹੈਗੇ ਆ, ਕੱਲ ਫਲਾਈਟ ਮਿਲ ਜਾਣੀ, ਅਸੀਂ ਚਲੇ ਜਾਣਾ। ਪਰ ਦੁਨੀਆ ਨੂੰ ਅਸੀਂ ਕਿਹੋ ਜਿਹਾ ਹੋਟਲ ਬਣਾਇਆ ਹੈ, ਦੁਨੀਆ ਕੈਸ ਮੁਕਾਮੇ। ਪਾਤਸ਼ਾਹ ਕਹਿੰਦੇ ਨੇ ਕਰ ਸਿਦਕ ਕਰਨੀ ਖਰਚ ਬਾਂਧੋ ਲਾਗ ਰਹੋ ਨਾ ਮੈਂ। ਇਹ ਕਿਹੋ ਜਿਹਾ ਮੁਕਾਮ ਹੈ ਕਿ ਮੈਂ ਇਹਨੂੰ ਰੈਣ ਬਸੇਰਾ ਬਣਾਇਆ ਹੀ ਨਹੀਂ ਹੋਇਆ। ਜੈਸੇ ਰੈਣ ਪ੍ਰਾਹੁਣੇ ਉੱਠ ਚਲ ਸੇ ਪ੍ਰਭਾਤ, ਕਿਆ ਤੂੰ ਰਤਾ ਦੁਨੀ ਸਿਓ ਫੁੱਲਾਂ ਕੀ ਬਾਗਾਤ। ਇਹ ਮੇਰੇ ਲਈ ਨਹੀਂ ਹੈ, ਤੇ ਫਿਰ ਮੈਂ ਝਗੜੇ ਝੇੜੇ ਕਾਹਨੂੰ ਪਾਏ ਬੈਠਾ, ਕਿਉਂ ਪਾਈ ਬੈਠਾ?
ਕਦੋਂ ਖਤਮ ਕਰਾਂਗਾ? ਇਹ ਝਗੜੇ ਝੇੜਿਆਂ ਦੇ ਵਿੱਚ ਕੀ ਮੈਂ ਆਪਣੇ ਅੰਦਰ ਗੁਰੂ ਨਾਨਕ ਦੀ ਫਿਲਾਸਫੀ ਪ੍ਰਗਟ ਕਰ ਸਕਦਾ? ਕੀ ਮੈਂ ਗੁਰੂ ਨਾਨਕ ਦੀ ਨਿਯਮਾਵਲੀ ਜੀ ਸਕਦਾ? ਇਹ ਸਾਰੀਆਂ ਸੋਚਾਂ ਮੈਨੂੰ ਲੈਣੀਆਂ ਪੈਣਗੀਆਂ। ਇਸ ਕਰਕੇ ਲੋੜ ਹੈ ਕਿ ਅਸੀਂ ਅੱਜ ਜਿਹੜਾ ਅਸੀਂ ਰਿਵੀਜ਼ਨ ਕਰਨਾ ਸੀ, ਮੈਨੂੰ ਨਹੀਂ ਸੀ ਪਤਾ ਤੁਹਾਡੀ ਕੀ ਐਕਸਪੈਕਟੇਸ਼ਨ ਹੋਏਗੀ, ਪਰ ਮੈਨੂੰ ਕਿਹਾ ਗਿਆ ਸੀਗਾ ਕਿ ਤੁਸੀਂ ਡਿਟੇਲਡ ਸਾਨੂੰ ਇੱਕ ਵਾਰੀ ਸਮਝਾ ਦਿਓ। ਮੈਂ ਸਮਝਾਉਣ ਵਾਲੀ ਸ਼ਾਇਦ ਤਾਂ ਨਹੀਂ ਹਾਂ, ਮੈਂ ਤੇ ਸਮਝਣ ਵਾਲੀ ਹਾਂ। ਮੈਨੂੰ ਏਦਾਂ ਸਮਝ ਆਉਂਦੀ ਕਿ ਜੇ ਮੈਂ ਅੱਜ ਦੁਬਾਰਾ ਜਪਜੀ ਦੀ ਗੱਲ ਸ਼ੁਰੂ ਕਰਾਂ ਤੇ ਮੈਨੂੰ ਇਹ ਸਮਝ ਆਉਣੀ ਚਾਹੀਦੀ ਹੈ, ਐਟਲੀਸਟ ਬੇਅਰਲੀ ਮਿਨੀਮਮ। ਇਸ ਤੋਂ ਅੱਗੇ ਮੈਂ ਫੇਰ ਗੱਲ ਕਰ ਸਕਦਾ। ਮੈਨੂੰ ਪੂਰਾ ਯਕੀਨ ਹੈ ਕਿ ਕਾਰ ਸਿੰਘ ਜੀ ਡਿਟੇਲ ਲੈ ਸਕਦੇ ਸਨ, ਪਰ ਕਿਉਂਕਿ ਉਹਨਾਂ ਨੂੰ ਅਸੀਂ ਕਿਹਾ ਨਹੀਂ ਇਸ ਤਰ੍ਹਾਂ, ਇੱਕ ਤੇ ਦੂਸਰਾ ਉਹ ਹਮੇਸ਼ਾ ਇਹ ਕੋਸ਼ਿਸ਼ ਕਰਦੇ ਨੇ ਕਿ ਬਹੁਤਾ ਸਾਰਾ ਟਾਈਮ ਮੈਨੂੰ ਦੇ ਦੇਣ, ਜਦ ਕਿ ਉਹਨਾਂ ਦੀ ਗੱਲ ਆਪਣੇ ਆਪ 'ਚ ਸਫੀਸ਼ੀਐਂਟ ਹੁੰਦੀ ਹੈ। ਬਟ ਥੈਂਕ ਯੂ ਵੈਰੀ ਮਚ, ਥੈਂਕ ਯੂ ਆਲ ਆਫ ਯੂ ਇਸ ਗੱਲ ਨੂੰ ਸੁਣਨ ਲਈ, ਸਮਝਣ ਦੇ ਲਈ। ਅਗਲੀ ਵਾਰੀ ਅਸੀਂ ਸੋਚ ਇਹ ਜਿਹੜੀਆਂ ਪਹਿਲੀ ਪੌੜੀ ਤੋਂ ਅਸਲੀ ਗੱਲ, ਇਹ 3 ਤਰੀਕੇ ਸਨ ਉਸ ਵੇਲੇ ਦੇ ਪ੍ਰੈਵਲੈਂਟ। ਸੁੱਚ ਰੱਖਣਾ, ਭੁੱਖਿਆਂ ਰਹਿਣਾ ਜੋਗੀਆਂ ਦਾ, ਤੇ ਚੁੱਪ ਰਹਿਣਾ ਜੋਗੀਆਂ ਦਾ, ਬਾਹਮਣਾ ਦਾ ਵਰਤ ਰੱਖਣੇ। ਇਹ ਤਿੰਨਾਂ ਗੱਲਾਂ ਨੂੰ ਰੱਬ ਨੂੰ ਪਾਉਣ ਦੇ ਇਹ ਜਿਹੜੇ ਤਰੀਕੇ ਸਨ, ਗੁਰੂ ਸਾਹਿਬ ਨੇ ਇਹਨਾਂ ਨੂੰ ਸਿਰੇ ਲਾ ਕੇ ਕਿਹਾ ਕਿ ਫਿਰ ਸਚਿਆਰ ਕਿਵੇਂ ਬਣੀਏ। ਸਿਆਣਪਾਂ ਗੋਸ਼ਟੀਆਂ ਕਰਨੀਆਂ, ਸਹਿਸ ਸਿਆਣਪਾਂ ਲੱਖ ਹੋਏ, ਇੱਕ ਨਾ ਚੱਲੇ ਨਾਲ। ਅਸੀਂ ਕਹਿੰਦੇ ਹਾਂ ਬਹਿਸ ਕਰ ਲਈਏ, ਅਸੀਂ ਜੇ ਜਿੱਤ ਗਏ ਤੇ ਜਿੱਤ ਗਏ, ਇਹਨਾਂ ਨੂੰ ਢਾਹ ਲਾਂਗੇ। ਇਹ ਬਹਿਸ ਦਾ ਵਿਸ਼ਾ ਹੀ ਨਹੀਂ ਹੈ। ਗੁਰਬਾਣੀ ਇੱਥੇ ਦਾ ਵਿਸ਼ਾ ਨਹੀਂ ਹੈ, ਦਿਲ ਦਾ ਵਿਸ਼ਾ ਹੈ। ਸਚਿਆਰ ਕਿਵੇਂ ਬਣਨਾ? ਮੈਂ ਕੀ ਕਰਾਂ ਕਿ ਮੈਂ ਸਚਿਆਰ ਬਣ ਜਾ? ਕੀ ਮੈਂ ਕੋਈ ਉਪਰਾਲਾ ਕੀਤਾ ਹੈ ਸੋ ਫਾਰ? ਸਵੇਰੇ ਮੇਰੀ ਫਲਾਈਟ ਹੈ, ਮੈਂ ਪੈਕਿੰਗ ਕਰ ਲਈ ਹੈ, ਕੀ ਤਿਆਰੀ ਕੀਤੀ ਹੈ ਮੈਂ? ਫਲਾਈਟ ਫੜਨ ਦੇ ਲਈ ਤੇ ਮੈਂ ਤਿਆਰੀਆਂ 1 ਹਫ਼ਤਾ ਪਹਿਲੇ ਕਰਦਾ, ਕੀ ਸਮਾਨ ਚਾਹੀਦਾ ਹੈ, ਕਿਹਦੇ ਲਈ ਲੈ ਕੇ ਜਾਣਾ ਹੈ, ਬਲਾ ਬਲਾ ਬਲਾ। ਪਰ ਮੈਂ ਅੰਤਮ ਜਿਹੜੀ ਅੰਤਰੀਵ ਯਾਤਰਾ, ਨਾਟ ਅੰਤਮ, ਸੌਰੀ, ਜਿਹੜੀ ਅੰਦਰੂਨੀ ਯਾਤਰਾ ਹੈ ਮੇਰੀ, ਉਹਦੇ ਲਈ ਮੈਂ ਕੋਈ ਚਾਰਾ ਨਹੀਂ ਕੀਤਾ। That's all I have to say today. ਅਗਲੀ ਵਾਰੀ ਤੋਂ ਆਪਾਂ ਪਹਿਲੀ ਪੌੜੀ ਤੋਂ ਲੈ ਕੇ ਬ੍ਰਸ਼ ਟੱਚ ਕਹੋਗੇ ਤੇ ਆਪਾਂ ਬ੍ਰਸ਼ ਟੱਚ ਦੇ ਦਿਆਂਗੇ, ਕਿਉਂਕਿ ਅਗਲੀ ਕਲਾਸ ਦੇ ਵਿੱਚ ਮੈਂ ਕਹਿੰਦਾ ਕਿ ਮੈਂ ਸਮਝਦਾ ਕਿ ਕਿਉਂਕਿ ਅਸੀਂ ਸਾਰਾ ਬੜੀ ਡਿਟੇਲ 'ਚ ਆਲਰੇਡੀ ਕੀਤਾ ਹੋਇਆ, ਸੋ ਵੀ ਕੈਨ ਗੋ ਬਾਈ, ਜਿਸ ਤਰ੍ਹਾਂ ਕਾਰ ਸਿੰਘ ਜੀ ਨੇ ਗਰੁੱਪਸ ਬਣਾ ਕੇ ਗੱਲ ਕੀਤੀ ਹੈ, we can do that, or otherwise if you say so. ਸਾਰਿਆਂ ਦਾ ਧੰਨਵਾਦ ਜੀ, ਤੇ ਆਪਣੇ ਆਪਣੇ ਮਾਈਕ ਖੋਲ ਲਓ, ਦੱਸੋ ਕਿ what do you want? Any questions also? No, this is the right way. Very nice. I good think explained. हाँ एक बार जरा जो काइंड ऑफ The- रिवीजन हो जाएगा, Yeah. ਤੁਸੀਂ मतलब सारी बॉडी ਨੂੰ ਚਾहे मतलब आप ही समझा दे तो we will appreciate that. ਵੀਰ ਜੀ ਥੋੜਾ ਓਮ ਤੱਕ ਤੁਸੀਂ ਥੋੜਾ ਜਿਹਾ ਹੋਰ ਦੱਸ ਦਿੰਦੇ। ਓਮ ਇੱਕ ਤਾਂ ਤੇ ਦੱਸਿਆ ਓਮ। ਓਂਕਾਰ ਭੈਣ ਜੀ, ਲੋਕਾਂ ਨੇ ਬਹੁਤਾ ਭੁਲੇਖਾ ਪਾਇਆ ਹੋਇਆ ਹੈ ਕਿ ਓਮ ਤੋਂ ਬਣਿਆ ਹੈ। ਨਹੀਂ, ਕਾਰ ਉਹਦਾ ਜਿਹੜਾ ਉੱਪਰ ਗੁਰੂ ਸਾਹਿਬ ਨੇ ਇਸ ਤਰ੍ਹਾਂ ਬਣਾਇਆ ਹੈ, ਉਹਦੀ ਵਿਸ਼ਾਲਤਾ ਹੈ ਕਾਰ ਦੀ। ਸਾਡੇ ਲਈ ਕੋਈ ਬਹੁਤ ਜ਼ਿਆਦਾ ਸਾਨੂੰ ਉਹਦੇ 'ਚ ਡੀਪ ਜਾਣ ਦੀ ਲੋੜ ਨਹੀਂ ਹੋਣੀ ਚਾਹੀਦੀ, ਕਿਉਂ ਕਿ ਸਾਨੂੰ ਲੋੜ ਹੈ ਭਈ ਇਹਦਾ ਉਹ ਜਿਹੜੀ ਹੈ ਕਾਰ, ਉਹਦਾ ਜਿਹੜਾ ਟੋਟਲ ਮਹਿਣਾ ਹੈ ਉਹ ਹੈਗਾ ਐਗਜ਼ਿਸਟੈਂਸ਼ੈਲਿਟੀ, ਉਹ ਕੰਪਲੀਟ ਹੋਂਦ ਵਾਲਾ ਹੈ, ਐਗਜ਼ਿਸਟ ਕਰਦਾ।
ਮੇਰੀ ਲਾਈਫ 'ਚ, ਮੇਰੀ ਲਾਈਫ ਬਿਯੋਂਡ। ਸੋ ਮੈਨੂੰ ਨਹੀਂ ਪਤਾ ਤੁਸੀਂ ਓਂਕਾਰ ਕਿਹਨੂੰ ਭਈ ਜਿਹੜਾ ਪ੍ਰੀਵੇਲ ਕਰਦਾ ਹੈ ਓਮਨੀ ਪ੍ਰੈਵਲੈਂਟ ਓਮਨੀ ਪ੍ਰੈਜ਼ੈਂਟ ਓਂਕਾਰ, ਉਹ ਹੈ ਮੇਰਾ ਗੁਰੂ ਸਾਹਿਬ ਦਾ। ਇਹ ਕਿਉਂ ਕਿਹਾ ਗੁਰੂ ਸਾਹਿਬ ਨੇ ਇਸ ਤਰ੍ਹਾਂ? ਇਹ 9 ਐਟਰੀਬਿਊਟਸ ਕਿਉਂ ਦਿੱਤੇ? ਮੈਂ ਜਿਸ ਤਰ੍ਹਾਂ ਸ਼ੁਰੂ ਚ ਕੀਤਾ ਸੀ ਕਿ ਬਾਹਮਣਵਾਦ ਦੇ ਵਿੱਚ ਬ੍ਰਹਮਾ ਵਿਸ਼ਨੂੰ ਮਹੇਸ਼ ਸੀਗੇ, ਜਿਹੜੇ ਕਹਿੰਦੇ ਸੀ ਵੀ ਇਹ ਇਹਨਾਂ ਦੀ ਕੇਅਰ ਕਰਨੀ ਹੈ। ਬ੍ਰਹਮਾ ਪੈਦਾ ਕੀਤਾ ਹੈ, ਵਿਸ਼ਨੂੰ ਨੇ ਫੀਡਰ ਹੈ, ਤੇ ਮਹੇਸ਼ ਜੀ ਘਾਤਕ ਨੇ, ਸੰਘਾਰ ਕਰਨਗੇ। ਇਹ ਹਿੰਦੂ ਫਿਲਾਸਫੀ ਸੀ। ਜੋਗੀਆਂ ਦੀ ਫਿਲਾਸਫੀ ਸੀ ਕਿ ਸਾਡਾ ਗੋਰਖ ਜਿਹੜਾ ਹੈ ਉਹ ਓਮਨੀ ਪ੍ਰੈਵਲੈਂਟ ਹੈ, ਓਮਨੀ ਪ੍ਰੈਜ਼ੈਂਟ ਹੈ। ਮੈਂ ਗੱਲ ਕੀਤੀ ਸੀ ਪਰ ਡਿਟੇਲ ਚ ਨਹੀਂ ਸੀ ਕੀਤੀ। ਆਲਰੇਡੀ ਇੰਨੀ ਡਿਟੇਲ ਹੈ ਤੇ ਤਾਂ ਵੀ ਮੈਂ ਕਹਿੰਦਾ ਡਿਟੇਲ ਚ ਨਹੀਂ ਸੀ ਕੀਤੀ। ਤੇ ਮੁਸਲਮਾਨਾਂ ਦੇ ਵਿੱਚ ਅੱਲਾ ਇੱਕ ਮਸੀਤ ਬਸਤਾ ਹੈ। ਇਹ ਸਾਰੀ ਜਿਹੜੀਆਂ ਸਪੋਜੀਸ਼ਨ ਸੀਗੀਆਂ, ਫੋਲੋਇੰਗ ਸੀਗੀਆਂ, ਫੇਥ ਸੀਗੇ, ਇਹ ਐਗਜ਼ਿਸਟ ਕਰ ਰਹੇ ਨੇ। ਗੁਰੂ ਸਾਹਿਬ ਨੇ ਆਪਣੀ ਇਜ਼ਮ ਦੇ ਵਿੱਚ ਕਿਹਾ ਮੇਰਾ ਰੱਬ ਜਿਹੜਾ ਹੈ ਉਹ ਇੱਕ ਓਂਕਾਰ ਹੈ, ਉਹ ਸਰਬ ਥਾਂ ਤੇ ਵਿਆਪਕ ਹੈ। ਉਹੀ ਸਾਰਿਆਂ ਦਾ ਜੰਮਣ ਵਾਲਾ ਹੈ, ਉਹੀ ਸਾਰਿਆਂ ਨੂੰ ਮਾਰਨ ਵਾਲਾ ਹੈ। ਉਹਦੀਆਂ ਕੁਆਲਿਟੀਜ਼ ਇਹ ਨੇ। ਔਰ ਉਹ ਕੱਲਾ ਹੀ ਨਹੀਂ ਹੈ, ਸਤਨਾਮ, ਕਰਤਾ, ਇਹ ਸਾਰੀਆਂ ਉਹਦੀਆਂ ਉਹਦੇ ਗੁਣ ਨੇ, ਉਹਦੇ ਗੁਣ ਆਤਮਕ। ਇਹਨਾਂ ਲੋੜ ਜਿਹੜੀ ਹੈ, ਜਿਹੜੀ ਅਸਲੀ ਗੱਲ ਨੂੰ ਸਮਝਣ ਵਾਲੀ ਹੈ ਕਿ ਇਹ ਸਾਰੀ ਗੁਣਾਂ ਨੂੰ ਮੈਂ ਆਪਣੇ ਅੰਦਰ ਵਸਾਣਾ ਹੈ, ਮੈਂ ਆਪਣੇ ਅੰਦਰ ਧਾਰਨ ਕਰਨਾ ਹੈ। ਕਿਉਂਕਿ ਮੈਂ ਆਪਣੇ ਰੱਬ ਜੀ ਦੇ ਨਾਲ ਨੇੜਤਾ ਚਾਹਨਾ। ਜਦੋਂ ਦੁਨਿਆਵੀ ਪੱਧਰ ਤੇ ਮੈਂ ਕਿਸੇ ਨੂੰ ਨੇੜਤਾ ਚਾਹਨਾ ਹੁੰਨਾ ਤੇ ਮੈਂ ਕੀ ਕਰਦਾ? ਮੈਂ ਕਹਿੰਦਾ ਤੈਨੂੰ ਇਹ ਰੰਗ ਪਸੰਦ ਹੈ, ਮੈਂ ਵੀ ਇਹ ਰੰਗ ਪਾ ਲਾਂਗਾ। ਸਾਡੀ ਕਚੂਰ ਸਹੇਲੀ ਬਣ ਜਾਈਏ, ਅਸੀਂ ਪੱਕੇ ਫਰੈਂਡਸ ਬਣ ਜਾਈਏ, ਪੱਗ ਵੱਟ ਭਰਾ ਬਣ ਜਾਈਏ, ਆਦਤਾਂ ਬਦਲ ਲਈਏ, ਟੇਸਟ ਬਦਲ ਲਈਏ, ਇੱਕ ਦੂਜੇ ਦੇ ਨਾਲ ਮਿਲਾਨ ਕਰ ਲਈਏ, ਕੋਈ ਹਰ ਇੱਕ ਚੀਜ਼ ਮਿਲਦੀ ਹੈ ਸਾਨੂੰ। ਕਿ ਰੱਬ ਦੇ ਨਾਲ ਸਚਿਆਰ ਹੋਣ ਦੇ ਲਈ ਵੀ ਕਦੀ ਮੈਂ ਸੋਚਿਆ ਕਿ ਮੈਨੂੰ ਇਹ ਸਾਰੇ ਜਿਹੜੇ ਆ ਗੁਣ ਧਾਰਨ ਕਰਨੇ ਆ? ਔਰ ਇਹ ਕੋਈ ਗੁਣ ਦੁਕਾਨ ਤੋਂ ਨਹੀਂ ਲਿਆਣੇ ਮੈਂ, ਇਹ ਮੇਰੇ ਅੰਦਰੋਂ ਸਥਿਤ ਹੋਣੇ। ਈਗੋ ਕਿਉਂ ਆ ਰਹੀ ਹੈ? एको ਆ ਰਹੀ ਹੈ ਕੋਈ ਵਾਇਸ ਦੀ ਕਿਸੇ ਦੀ? ਸੋ ਮੈਨੂੰ ਇਹ ਸੋਚਣਾ ਪਏਗਾ। Anyone else? Anything before we conclude? Nothing? बस करिए, बहुत हो गया, अक गए। रोज दिहाड़ी क्लास फिर वाधू टाइम लेना शुरू करता है ना। अमरजीत जी आपके पड़ोसी जरा झलक नहीं दिखा रहे, क्या हुआ? घूंघट करके रखिए। अच्छा ठीक है। मैं इत्थे ही है। ओ अच्छा इत्थे ही है। केड़ी दुनिया च? मात लोक के पताल लोक के किथे? नहीं इत्थे ही है। इत्थे ही? ओके, Thank you. It was I won't scratch your back. you bet. हम मुश्किल करते हैं। ये सारे क्वालिटीज जो ਅਸੀਂ ਆਪਣੇ ਆਪ ਨੂੰ ਆਪਣੇ ਅੰਦਰ ਇਨਕਲਕੇਟ ਕਰ ਲਈਏ ਤਾਂ ਅਸੀਂ ਤਾਂ ਰੱਬ ਹੀ ਬਣ ਜਾਵਾਂਗੇ, ਰਾਈਟ? यही बनना है। ਤੁਸੀਂ ਵਿਕਾਰ ਕਿ ਆਪਣੇ ਅੰਦਰੋਂ ਕੱਢ ਨਹੀਂ ਸਕਦੇ, ਕਿਉਂਕਿ ਇਹਨਾਂ what I feel ਇਹਨਾਂ ਨਾਲ ਹੀ ਮਤਲਬ ਇਹ ਸਾਡੇ ਨਾਲ ਚਮੜੇ ਰਹਿਣਗੇ। ਇਹਨਾਂ ਨੂੰ ਅਸੀਂ ਕਾਬੂ ਚ ਕਰਨਾ, ਇਹਨਾਂ ਨੂੰ ਅਸੀਂ ਕੱਢ ਨਹੀਂ ਸਕਾਂਗੇ। ਨਹੀਂ ਕੱਢਣਾ ਕਿੰਨੇ ਹੈ? ਇਹ ਤੇ ਸਾਡੇ ਨਾਲ ਮਰਨੇ। ਹਾਂ, ਇਹਨਾਂ ਨੂੰ ਕਾਬੂ ਚ ਰੱਖ ਸਕਨੇ ਆ। ਅਵੇਅਰਨੈਸ ਹੀ ਲੋੜ। हाँ जी, चलो फिर समाप्ति करिए। Anyone else? Last call. चलो
किदा पवनजीत, चलो बेटा। मुधाबनी महला पंजवा। थाल विच तिन वस्तु पइयो, सत संतोख विचारो। अमृत नाम ठाकुर का पयो, जिसका सबस आधारो। जेको खावे जेको भुंचे, तिसका होए आधारो। एह वस्त तजी नहीं जाए, नित नित रख उधारो। तम संसार चरण लग तरिए, सब नानक ब्रह्म पसारो। सलोक महला पंजवा। तेरा कीता जातो नाही, मैनू जोग कितोई। मैं निर्गुण आरे को गुण नाही, आपे तरस पयोई। तरस पया मैं रहमत होई, सतगुर सज्जन मिलिया। नानक नाम मिलै तां जीवा, तन मन थीवै हरिया। नानक नाम मिलै तां जीवा, तन मन थीवै हरिया। वाहिगुरु जी का खालसा, खालसा वाहिगुरु जी की फतेह। Needs some corrections बेटा, hope you don't mind। थाल विच तिन वस्तु पइयो, सत संतोख विचारो। अमृत नाम ठाकुर का पयो, जिसका सब आधारो। आधारो, ठीक है, इत्थे ठीक बोल दे हो। अगे जेको खावे जेको पहुंचा, तिसका होए आधारो नहीं है, उधारो है। उधारो। ठीक है। ये वस्त जी न जाई, नित्य तेरा खुरदारो। तम संसार चरण लगता रही, सुना ब्रह्म सारो। देन तेरा कीता जातो नाही, मैनो जोग की तोई। इत्थे इत्थे कौमे ने है। तेरा कीता जातो नाही, मैनो जोग की तोई। मैं निर्गुण्यारे को गुण नाही, आपे तरस पयोई। तरस पया मेहरा मत होई, सतगुर सज्जन मिलिया। हुन तरस पया मेह नहीं है, तरस पया मैं नहीं। मेहरामत, मेहर दी, मेहर रूपी अमृत दी वर्खा। तरस पया मेहरामत होई, रहमत होई। मेहरामत होई, सतगुर सज्जन मिलिया। नाउ केयरफुल हियर, नानक, नानक नाम नहीं है, नानक इज दस। जदों भी नानक किसी भी मात्रा तो बगैर है, वो हमेशा एड्रेसिव है। हे नानक, नानक नाम मिले तां जीवा, तन मन थीवै हरिया। समझ आ गई? जी, थैंक यू ऑल ऑफ यू।